ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਰੀ ਸੰਗਤ ਨੂੰ ਜੀਓ ਆਇਆ। तो संगत जी, पिछले कुछ समय तो हरेक वीरवार सिख इतिहास और सिख जो मानसिकता है ਉਹਦੇ ਬਾਰੇ ਪੂਰੀਆਂ ਤੰਦਾਂ ਜਿਹੜੀਆਂ ਨੇ ਉਹ ਵੀਰ ਹਰਜੀਤ ਸਿੰਘ ਜੀ ਸਾਨੂੰ ਖੋਲ ਕੇ ਦੱਸ ਰਹੇ ਨੇ। ਤਾਂ ਅੱਜ 1947 ਤੋਂ ਲੈ ਕੇ ਬਾਅਦ ਵਿੱਚ ਜੋ ਸਾਡੀ ਕਮਿਊਨਿਟੀ ਦੇ ਵਿੱਚ ਉਤਰਾਅ ਚੜ੍ਹਾਅ ਆਏ ਨੇ, ਚਾਹੇ ਉਹ ਸਿਆਸੀ ਸੀਗੇ, ਧਾਰਮਿਕ ਸੀਗੇ ਜਾਂ ਸਮਾਜਿਕ ਸੀਗੇ, ਕਿਉਂਕਿ 47 'ਚ ਇੱਕ ਐਸਾ ਅਹਿਮ ਮੋੜ ਆਇਆ ਜਿਸ ਵੇਲੇ ਹਿੰਦੁਸਤਾਨ ਦੀ ਪਾਰਟੀਸ਼ਨ ਹੋਈ ਤਾਂ ਉਹਦੇ ਸਭ ਤੋਂ ਜ਼ਿਆਦਾ ਸਫਰ ਜਿਹੜੇ ਨੇ ਉਹ ਪੰਜਾਬੀ ਹੋਏ, ਚਾਹੇ ਉਹ ਲਹਿੰਦਾ ਪੰਜਾਬ ਹੋਵੇ ਚਾਹੇ ਚੜ੍ਹਦਾ ਪੰਜਾਬ ਹੋਵੇ। ਔਰ ਉਹਦੇ 'ਚ ਵੀ ਬਹੁ ਗਿਣਤੀ ਜਿਹੜੀ ਹੈ ਉਹ ਆਪਣੀ ਕਮਿਊਨਿਟੀ ਜਿਹੜੀ ਹੈ ਸਿੱਖ ਕਮਿਊਨਿਟੀ ਹੈ ਉਹਦੀ ਹੋਈ ਹੈ, ਨੁਕਸਾਨ ਹੋਇਆ। ਲੱਖਾਂ ਲੋਕ ਬੇਘਰ ਹੀ ਨਹੀਂ ਹੋਏ, ਬਹੁਤ ਸਾਰਿਆਂ ਦੀਆਂ ਜਾਨਾਂ ਚਲੀਆਂ ਗਈਆਂ। ਔਰ ਅੱਜ ਤੱਕ ਉਹ ਇਤਿਹਾਸ ਜਿਹੜਾ ਕੰਪਲੀਟ ਸਾਡੇ ਸਾਹਮਣੇ, ਜੇ ਅਸੀਂ ਕਹੀਏ ਪੂਰੀ ਤਰ੍ਹਾਂ ਤੇ ਨਹੀਂ ਆ ਰਿਹਾ। ਪਿੱਛੇ ਜੇ ਅਮਰੀਕਨ ਯੂਨੀਵਰਸਿਟੀ ਦੀ ਇੱਕ ਉਹਨਾਂ ਨੇ ਮੇਰਾ ਵੀ ਇੰਟਰਵਿਊ ਕੀਤਾ ਸੀਗਾ ਤਕਰੀਬਨ 1 ਘੰਟੇ ਦਾ 1947 ਬਾਰੇ। ਤੋ ਉਸ ਤੋਂ ਬਾਅਦ 47 ਤੋਂ ਬਾਅਦ ਸਾਡੇ 'ਚ ਧਾਰਮਿਕ ਤੌਰ 'ਤੇ ਖਾਸ ਕਰਕੇ ਜਿਹੜੇ ਬਦਲਾਅ ਆਏ ਨੇ, ਉਤਰਾਅ ਚੜ੍ਹਾਅ ਆਏ ਨੇ, ਕਈ ਨਿਗਾਰ ਵੀ ਆ ਗਏ ਨੇ। ਉਹਨਾਂ ਬਾਰੇ ਅੱਜ ਹਰਜੀਤ ਸਿੰਘ ਜੀ ਸਾਨੂੰ ਦੱਸਣਗੇ। ਤਾਂ ਆਓ ਆਪਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਹਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ SMC ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਹੈ। ਜਿਸ ਤਰ੍ਹਾਂ ਵੀਰ ਜੀ ਰਾਜਾ ਸਿੰਘ ਜੀ ਨੇ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ ਕਿ ਅਸੀਂ ਸਿੱਖ ਇਤਿਹਾਸ ਦੇ ਉਹ ਪੰਨੇ ਆਪ ਜੀ ਨਾਲ ਸਾਂਝੇ ਕਰ ਰਹੇ ਹਾਂ ਜਿਨ੍ਹਾਂ ਬਾਰੇ ਸਾਨੂੰ ਬਹੁਤੀ ਜਾਣਕਾਰੀ ਨਹੀਂ, ਕਿਉਂਕਿ ਸਾਡੇ ਵਿੱਚੋਂ ਬਹੁਤ ਸਾਰੇ ਉਸ ਵੇਲੇ ਛੋਟੇ ਸਨ, ਬਹੁਤ ਉਮਰ ਵਿੱਚ ਬਹੁਤ ਛੋਟੇ ਸਨ, ਜਾਂ ਕਈ ਅਜੇ ਪੈਦਾ ਹੀ ਨਹੀਂ ਸੀ ਹੋਏ। ਉਹ ਇਤਿਹਾਸ ਦੀ ਜਾਣਕਾਰੀ ਹੋਣੀ ਕਿਤਾਬਾਂ ਰਾਹੀਂ ਜੋ ਕਿ ਸਾਨੂੰ ਮਿਲਿਆ ਅਸੀਂ ਲੈ ਲਿਆ, ਪਰ ਇਤਿਹਾਸ ਆਪਣੇ ਆਪ ਦੇ ਵਿੱਚ ਕੀ ਕੁਝ ਲਿਖਦਾ ਹੈ ਇਹ ਜਾਣਨਾ ਬੜਾ ਜ਼ਰੂਰੀ ਹੁੰਦਾ ਹੈ। ਪਿਛਲੇ ਹਫ਼ਤੇ ਜੋ ਅਸੀਂ ਵਿਚਾਰ ਕੀਤੀ ਸੀ, ਥੋੜੀ ਜਿਹੀ ਉਸ ਗੱਲ ਨੂੰ ਫਿਰ ਆਪ ਜੀ ਨਾਲ ਤਾਜ਼ਾ ਕਰਦੇ ਹਾਂ ਕਿ ਅੰਗਰੇਜ਼ ਹਿੰਦੁਸਤਾਨ ਛੱਡਣ ਲਈ ਤਿਆਰ ਹੋ ਗਏ। ਉਹਨਾਂ ਬੜੀ ਇੱਕ ਸੰਜੀਦਗੀ ਜੀ ਨਾਲ ਇੱਕ ਸਵਾਲ ਪੁੱਛਿਆ ਕਿ ਸਾਡੇ ਸਾਹਮਣੇ ਸਮੱਸਿਆ ਇਹ ਹੈ ਕਿ ਉਹ ਹਕੂਮਤ ਦੀ ਵਾਗਡੋਰ ਕਿਹਦੇ ਹੱਥ ਵਿੱਚ ਫੜਾਉਣ। ਕਾਂਗਰਸ ਨੇ ਅੱਗੋਂ ਜਵਾਬ ਦਿੱਤਾ ਕਿ ਅੰਗਰੇਜ਼ ਆਪ ਛੱਡ ਜਾਣ, ਬਾਕੀ ਅਸੀਂ ਆਪੇ ਚ ਸੰਭਾਲ ਲਵਾਂਗੇ, ਆਪੇ ਵੰਡ ਕਰ ਲਾਂਗੇ। ਪਰ ਮੁਹੰਮਦ ਅਲੀ ਜਿਨਾਹ ਨੇ ਬੜਾ ਇੱਕ ਸਪਸ਼ਟ ਸਟੈਂਡ ਲਿਆ। ਉਹਨਾਂ ਨੇ ਕਿਹਾ ਵੀ ਅੰਗਰੇਜ਼ ਛੱਡਣ ਤੋਂ ਪਹਿਲਾਂ ਭਾਰਤ ਦੀ ਵੰਡ ਪਹਿਲਾਂ ਕਰਨੀ। ਕੁਇਟ ਇੰਡੀਆ ਦੀ ਥਾਂ ਤੇ ਉਹਨੇ ਡਿਵਾਈਡ ਐਂਡ ਕੁਇਟ ਦਾ ਨਾਅਰਾ ਦਿੱਤਾ ਮੁਹੰਮਦ ਅਲੀ ਜਿਨਾਹ ਨੇ। ਉਹਨੇ ਇੱਥੋਂ ਤੱਕ ਹੀ ਕਹਿ ਦਿੱਤਾ ਵੀ ਜਾਂ ਤਾਂ ਅਸੀਂ ਭਾਰਤ ਦੀ ਵੰਡ ਕਰਾਵਾਂਗੇ ਜਾਂ ਇਹਨੂੰ ਤਬਾਹ ਕਰ ਦਿਆਂਗੇ, ਬਰਬਾਦ ਕਰ ਦਿਆਂਗੇ, ਬਰਬਾਦੀ ਕਰਾਂਗੇ। We shall have India divided or we shall have India destroyed.
ਉਹਦੇ ਸ਼ਬਦ ਜਿਹੜੇ ਸਨ ਮੁਹੰਮਦ ਅਲੀ ਜਿਨਾਹ ਦੇ, ਬੜਾ ਜਾਨ ਸੀ, ਬੜਾ ਦਮ ਸੀ ਇਹਨਾਂ ਸ਼ਬਦਾਂ ਦੇ ਵਿੱਚ। ਇਹ ਇਸ ਆਧਾਰ ਦੇ ਉੱਤੇ ਹੀ ਨਵੀਆਂ ਜਿਹੜੀਆਂ ਚੋਣਾਂ ਸੀ ਉਹ ਹੋਈਆਂ, ਇਲੈਕਸ਼ਨਾਂ ਲੜੀਆਂ ਗਈਆਂ। ਸਿੱਖ ਜਿਹੜੇ ਸੀ ਇਹ ਕਹਿੰਦੇ ਨੇ ਚੱਕੀ ਦੇ ਦੋਏ ਪੁੜਾਂ ਦੇ ਵਿੱਚ ਪਿੱਛੇ ਜਾਣਾ, ਸਿੱਖਾਂ ਦੀ ਖੁਸ਼ਹਾਲ ਇਹੋ ਜਿਹੇ ਸੀ। ਇਹ ਦਾਣਿਆਂ ਵਾਂਗੂ ਚੱਕੀ ਦੇ ਦੋਨੇ ਪੁੜਾਂ ਦੇ ਵਿੱਚ ਪਿੱਛੇ ਜਾ ਰਹੇ ਸਨ। ਸਾਡੀ ਲੀਡਰਸ਼ਿਪ ਨੂੰ ਕੁਝ ਸੁੱਝ ਹੀ ਨਹੀਂ ਸੀ ਰਿਹਾ ਕਿ ਹੋ ਕੀ ਰਿਹਾ ਹੈ। ਲੰਮੀ ਨਜ਼ਰ ਨਾ ਹੋਣ ਕਰਕੇ ਤੇ ਕੋਈ ਠੋਸ ਗੱਲ ਨਾ ਪੇਸ਼ ਕਰਕੇ ਅਸੀਂ ਦੂਜਿਆਂ ਨੂੰ ਕੁਝ ਵੀ ਨਾ ਦਰਸਾ ਸਕੇ। ਕਿਉਂਕਿ ਪਿਛਲੇ ਹਫਤੇ ਵਿਚਾਰ ਹੋਈ ਸੀ ਕਿ ਲੀਡਰਸ਼ਿਪ ਦਾ ਰੋਲ ਕੀ ਰਿਹਾ। ਥੋੜੀ ਜਿਹੀ ਉਹਨੂੰ ਦੁਬਾਰਾ ਮੈਂ ਰੀਨਿਊ ਇਸ ਕਰਕੇ ਕਰ ਰਿਹਾ ਹਾਂ, ਰਿਮਾਈਂਡ ਕਰਾ ਰਿਹਾ ਹਾਂ ਕਿ ਕੁਝ ਗੱਲਾਂ ਨਵੀਆਂ ਇਹਦੇ ਵਿੱਚੋਂ, ਇਤਿਹਾਸ ਵਿੱਚੋਂ ਮੈਨੂੰ ਪੜ੍ਹਨ ਨੂੰ ਮਿਲੀਆਂ ਹਨ। ਇਹ ਰੌਲਾ ਜ਼ਰੂਰ ਪਾਉਂਦੇ ਰਹੇ ਕਿ ਹਿੰਦੁਸਤਾਨ ਵਿੱਚ ਵਸਦੀ ਹੋਈ ਸਿੱਖ ਇੱਕ ਤੀਸਰੀ ਕੌਮ ਹੈ। ਅੱਜ ਵੀ ਰੌਲਾ ਪਾਉਂਦੇ ਨੇ, ਪਰ ਕੇਵਲ ਜ਼ਬਾਨਾਂ ਤੋਂ ਬੋਲ ਕੇ ਹੀ ਤੀਸਰੀ ਕੌਮ ਨਹੀਂ ਮੰਨੀ ਜਾਂਦੀ। ਤੀਸਰੀ ਕੌਮ ਨੂੰ ਆਪਣੀ ਆਇਡੈਂਟੀਟੀ ਨੂੰ, ਆਪਣੀ ਹੋਂਦ ਨੂੰ ਦਰਸਾਉਣਾ ਪੈਂਦਾ ਹੈ। ਆਪਣੇ ਹੱਕ ਮੰਗ ਕੇ ਨਹੀਂ ਮਿਲਦੇ, ਹੱਕ ਲੈਣੇ ਪੈਂਦੇ ਹਨ। ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ। ਜਦੋਂ ਅਦੀਨਾ ਬੇਗ ਨੇ ਜੱਸਨ ਸਿੰਘ ਆਹਲੂਵਾਲੀਏ ਨੂੰ ਚਿੱਠੀ ਲਿਖ ਕੇ ਰਾਜ ਭਾਗ ਦੀ ਪੇਸ਼ਕਸ਼ ਕੀਤੀ, ਇਹ ਗੱਲ ਕਹੀ ਸੀ ਕਿ ਐਵੇਂ ਫੌਜਾਂ ਨੂੰ ਮਰਵਾਉਂਦਾ, ਰਈਅਤ ਮਰਵਾਉਂਦਾ, ਕੀ ਫਾਇਦਾ, ਆਓ ਤੁਹਾਨੂੰ ਰਾਜ ਭਾਗ ਦੇ ਦਈਏ। ਅੱਗੋਂ ਅਗਲਾ ਜਵਾਬ ਸੀ, ਜਿਸ ਦੇ ਭਾਗਾਂ ਵਿੱਚ ਰਾਜ ਭਾਗ ਕਲਗੀਧਰ ਪਾਤਸ਼ਾਹ ਨੇ ਲਿਖ ਕੇ ਦਿੱਤਾ ਹੋਵੇ, ਉਹ ਤੇਰੇ ਵਰਗੇ ਮੰਗਤੇ ਕੋਲੋਂ ਮੰਗ ਕੇ ਕਿਉਂ ਲਵੇ। ਅਸੀਂ ਇਸ ਇਲਾਕੇ ਨੂੰ ਆਜ਼ਾਦ ਕਰਾਉਣਾ ਹੈ ਤਾਂ ਰਾਜ ਭਾਗ ਵੀ ਅਸੀਂ ਆਪੇ ਕਰ ਲਵਾਂਗੇ। ਇਹ ਸੀ ਸੋਚ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ। ਬਸ ਸਾਡੀ ਲੀਡਰਸ਼ਿਪ ਕੋਲੋਂ ਇੰਨੀ ਸੋਚ, ਦੂਰਦ੍ਰਿਸ਼ਟੀ ਨਹੀਂ ਸੀ, ਜਾਂ ਇਹ ਕਹਿ ਲਈਏ ਦੂਰਦ੍ਰਿਸ਼ਟੀ ਹੁੰਦਿਆਂ ਹੋਇਆ ਵੀ ਭਾਰਤ ਦੀ ਲੀਡਰਸ਼ਿਪ ਦੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ, ਅੰਧਾ ਵਿਸ਼ਵਾਸ ਜਿਹਨੂੰ ਅਸੀਂ ਕਹਿੰਦੇ ਆ, ਉਹ ਕੀਤਾ। ਅਕਾਲੀ ਦਲ ਨੇ 32 ਸੀਟਾਂ ਵਿੱਚੋਂ 23 ਸੀਟਾਂ ਜਿਹੜੀਆਂ ਸੀ ਜਿੱਤ ਲਈਆਂ। ਤੀਜੀ ਕੌਮ ਦੀ ਗੱਲ ਅੰਗਰੇਜ਼ਾਂ ਨੇ ਤਾਂ ਮੰਨ ਲਈ, ਪਰ ਤੀਜੀ ਕੌਮ ਚਾਹੁੰਦੀ ਕੀ ਹੈ, ਇਹ ਗੱਲ ਅਸੀਂ ਪ੍ਰਗਟ ਨਾ ਕਰ ਸਕੇ, ਨਾ ਹੀ ਕੋਈ ਦਰਸਾ ਸਕੇ, ਤੇ ਨਾ ਹੀ ਅਸੀਂ ਕਿਸੇ ਗੱਲ ਤੇ ਟਿਕ ਸਕੇ। ਰੋਜ਼ ਨਵੀਂ ਗੱਲ, ਰੋਜ਼ ਨਵੇਂ ਚੜ੍ਹਦੇ ਸੂਰਜ ਦੇ ਨਾਲ ਨਵੀਆਂ ਸਕੀਮਾਂ, ਹਰ ਦਿਹਾੜੇ ਨਵਾਂ ਪੈਂਤੜਾ। ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹੀ ਸੀ ਨਾ ਕਿ ਸਿਆਸਤ ਵੀ ਪੜ੍ਹਨੀ, ਬਦਕਿਸਮਤੀ ਹੈ ਵੀ ਸਾਡੇ ਆਗੂਆਂ ਨੇ ਸ਼ਾਇਦ ਉਹ ਸਿਆਸਤ ਨਾ ਪੜ੍ਹੀ, ਉਹ ਸਿਆਸਤ ਦੀ ਖੇਡ ਨਾ ਖੇਡੀ। ਸਿੱਖ ਆਗੂਆਂ ਦੀ ਸਿਆਸਤ ਬਸ ਸ਼੍ਰੋਮਣੀ ਕਮੇਟੀ ਦੇ ਦੁਆਲੇ ਜਾਂ ਵੱਧ ਤੋਂ ਵੱਧ ਪੰਜਾਬ ਦੀ ਅਸੈਂਬਲੀ ਦੁਆਲੇ ਘੁੰਮਦੀ ਰਹਿੰਦੀ ਹੈ। ਇਹਨਾਂ ਦੀ ਸੋਚ ਇਸ ਤੋਂ ਅੱਗੇ ਜਾਂਦੀ ਹੀ ਨਹੀਂ। ਪੰਜਾਬ ਤੋਂ ਬਾਹਰ ਵਸਦੇ ਹੋਏ ਸਿੱਖਾਂ ਦੇ ਬਾਰੇ, ਦੇਸ਼ ਦੇ ਵਿੱਚ ਵਸਦੇ ਹੋਰ ਇਲਾਕਿਆਂ ਵਿੱਚ ਸਿੱਖ, ਅੱਜ ਵੀ ਮੌਜੂਦਾ ਹਾਲਾਤ ਵੀ ਬਿਲਕੁਲ ਇਹੋ ਹੀ ਹੈ। ਸਿੱਖ ਦੀ ਸਿਆਸਤ ਜਿਹੜੀ ਇੱਥੇ ਕੀ ਖੜੀ ਹੈ ਵੀ ਸਾਨੂੰ ਬਸ ਪੰਜਾਬ ਦੀ ਚੀਫ ਮਿਨਿਸਟਰੀ ਮਿਲ ਜਾਏ ਤੇ ਸ਼੍ਰੋਮਣੀ ਕਮੇਟੀ ਦੇ ਉੱਤੇ ਸਾਡਾ ਕਬਜ਼ਾ ਹੋ ਜਾਏ, ਬਸ ਇਸ ਤੋਂ ਅੱਗੇ ਸੋਚ ਨਹੀਂ ਜਾਂਦੀ। ਦੂਜੇ ਪਾਸੇ ਚਲਾਕ ਜਿਹੜੇ ਬੰਦੇ ਹੁੰਦੇ ਨੇ, ਉਹ ਆਪਣੀਆਂ ਚਾਲਾਂ ਖੇਡਦੇ ਰਹਿੰਦੇ ਆ, ਉਹ ਆਪਣਾ ਸਟੈਂਡ ਬਣਾਉਂਦੇ ਰਹਿੰਦੇ ਨੇ। 1946 ਦੇ ਸਾਲ ਵਿੱਚ ਕਈ ਸਕੀਮਾਂ ਬਣੀਆਂ, ਕਈ ਸਕੀਮਾਂ ਘਟੀਆਂ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਸੀਂ ਇੱਕ ਉੱਚੀ ਸਿਆਸੀ ਥਾਂ ਤੋਂ ਐਸਾ ਥੱਲੇ ਡਿੱਗੇ ਕਿ ਅਸੀਂ ਅਨੁਮਾਨ ਵੀ ਨਹੀਂ ਲਾ ਸਕਦੇ, ਅੰਦਾਜ਼ਾ ਵੀ ਨਹੀਂ ਲਾ ਸਕਦੇ ਜੋ ਸਾਡੀ ਹਾਲਤ ਉਸ ਵੇਲੇ ਹੋਈ। ਇੰਗਲੈਂਡ 'ਚ ਗੱਲਬਾਤ ਕਰਨ ਲਈ ਨੁਮਾਇੰਦੇ ਬੁਲਾਏ ਗਏ। ਮੈਂ ਜਿਹਦਾ ਜ਼ਿਕਰ ਪਿਛਲੀ ਵਾਰੀ ਕੀਤਾ ਸੀ, ਜਵਾਹਰ ਲਾਲ ਜਨਾਬ, ਬਲਦੇਵ ਸਿੰਘ। ਪਰ ਸਿੱਖਾਂ ਦੀ ਬਦਕਿਸਮਤੀ, ਸਰਦਾਰ ਬਲਦੇਵ ਸਿੰਘ ਜੀ ਨੇ ਜਵਾਹਰ ਲਾਲ ਨਹਿਰੂ ਨੂੰ ਆਪਣਾ ਲੀਡਰ ਮੰਨ ਲਿਆ। ਐਂਟਲੀ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਜਦ ਸਿੱਖਾਂ ਦਾ ਨੁਮਾਇੰਦਾ ਹੀ ਆਪਣੀ ਵੱਖਰੀ ਹੋਂਦ ਨੂੰ ਨਹੀਂ ਮੰਨਦਾ, ਨੁਮਾਇੰਦਗੀ ਦੇ ਫਿਰ ਇਹਨਾਂ ਨੂੰ ਨੁਮਾਇੰਦਗੀ ਦਿੰਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਐਂਟਲੀ ਨੇ ਇੱਕ ਆਪਣੀ ਪੁਸਤਕ ਲਿਖੀ ਹੈ, ਇਹ ਆਪਣੀ ਆਤਮ ਕਹਾਣੀ ਦੇ ਵਿੱਚ, ਇਹ ਜਿਵੇਂ ਹੋਇਆ, ਐਜ਼ ਇਟ ਹੈਪਨਡ, ਉਹਦੇ 'ਚ ਇਹ ਗੱਲਾਂ ਸਾਰੀਆਂ ਲਿਖੀਆਂ ਹੋਈਆਂ ਨੇ। ਐਜ਼ ਇਟ ਹੈਪਨਡ ਦੇ ਵਿੱਚ
ਉਹਨੇ ਵੀ ਲਿਖਿਆ ਕਿ ਸਿੱਖਾਂ ਦੀ ਲੀਡਰਸ਼ਿਪ ਉੱਚ ਪੱਧਰ ਦੀ ਨਾ ਹੋਣ ਕਰਕੇ ਇਹ ਕੌਮ ਦੇ ਪੱਲੇ ਕੁਝ ਨਾ ਪਾ ਸਕੇ, ਕੌਮ ਦੇ ਪੱਲੇ ਕੁਝ ਨਾ ਸਵਾਰ ਸਕੇ। ਕੇਂਦਰ ਦੇ ਵਿੱਚ ਸਾਂਝੀ ਜਿਹੜੀ ਉਸਲੇ ਸਰਕਾਰ ਬਣੀ, ਫਾਈਨੈਂਸ ਮਿਨਿਸਟਰ ਲਿਆਕਤ ਅਲੀ ਖਾਨ ਨੇ ਸਰਦਾਰ ਪਟੇਲ ਨੂੰ ਤਾਂ ਦਿਨੇ ਤਾਰੇ ਦਿਖਾਤੇ। ਮੌਲਾਨਾ ਅਬਦੁਲ ਕਲਾਮ ਦੀ ਪੁਸਤਕ ਇੱਕ ਆਉਂਦੀ ਹੈ ਇੰਡੀਆ ਵਿਨਸ ਫਰੀडम ਦੇ ਵਿੱਚ, ਉਹਨੇ ਜਿਹੜੀ ਗੱਲ ਲਿਖੀ ਹੈ ਵੀ ਸਰਦਾਰ ਪਟੇਲ ਨੇ ਸਭ ਤੋਂ ਪਹਿਲਾਂ ਹੀ ਗੱਲ ਮੰਨੀ ਪਾਕਿਸਤਾਨ ਦੀ ਦੇ ਦੇਣ ਲਈ। ਇਹ ਸਭ ਤੋਂ ਪਹਿਲੀ ਗੱਲ ਸਰਦਾਰ ਪਟੇਲ ਨੇ ਮੰਨੀ। ਲਾਰਡ ਮਾਊਂਟਬੈਟਨ ਦੀਆਂ ਕੋਸ਼ਿਸ਼ਾਂ ਦੇ ਨਾਲ ਜਵਾਹਰ ਲਾਲ ਨਹਿਰੂ ਨੇ ਵੀ ਹਿੰਦੁਸਤਾਨ ਦੀ ਵੰਡ ਮੰਨ ਲਈ ਤੇ ਪਾਕਿਸਤਾਨ ਜਿਹੜਾ ਸੀ ਉਹ ਹੋਂਦ ਵਿੱਚ ਆ ਗਿਆ। ਮਹਾਤਮਾ ਗਾਂਧੀ ਨੂੰ ਤਾਂ ਉਸ ਵੇਲੇ ਕੇਵਲ ਦੱਸਿਆ ਹੀ ਗਿਆ, ਵੰਡਣ ਵੰਡਾਉਣ ਦੀ ਪੁੱਛਗਿੱਛ ਕਿਸੇ ਨੇ ਕੀਤੀ ਨਹੀਂ। ਵੰਡ ਮੰਨਣ ਦੇ ਉੱਤੇ ਇੱਕ ਬੜੀ ਅਹਿਮ ਗੱਲ ਜਿਹੜੀ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ, ਜਦੋਂ ਵੰਡ ਮੰਨ ਲਈ ਗਈ ਵੀ ਭਾਰਤ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਜਾਏਗਾ, ਜਵਾਹਰ ਜਿਨਾਹ ਇੱਕ ਪਾਸੇ ਜਵਾਹਰ ਲਾਲ, ਇੱਕ ਪਾਸੇ ਮੁਹੰਮਦ ਅਲੀ ਜਿਨਾਹ ਤੇ ਤੀਜੇ ਬਲਦੇਵ ਸਿੰਘ ਨੇ ਆਪਣੀਆਂ ਤਕਰੀਰਾਂ ਜਿਹੜੀਆਂ ਸੀ ਲੈਕਚਰ ਬ੍ਰੌਡਕਾਸਟ ਕੀਤੇ, ਇਹਨਾਂ ਨੇ ਕੀਤੇ। ਪੰਡਿਤ ਜਵਾਹਰ ਲਾਲ ਨਹਿਰੂ ਨੇ ਜਦੋਂ ਤਕਰੀਰ ਸਮਾਪਤ ਕੀਤੀ ਤਾਂ ਉਹਦੇ 'ਚ ਉਹਨੇ ਜੈ ਹਿੰਦ ਦਾ ਬੜਾ ਜ਼ੋਰ ਦੀ ਨਾਅਰਾ ਮਾਰਿਆ ਅਤੇ ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ ਜਿੰਦਾਬਾਦ ਦਾ ਨਾਅਰਾ ਦਿੱਤਾ। ਜਦੋਂ ਬਲਦੇਵ ਸਿੰਘ ਜੀ ਦੀ ਤਕਰੀਰ ਸਮਾਪਤ ਹੋਈ ਤੇ ਬਲਦੇਵ ਸਿੰਘ ਜੀ ਨਾ ਤਾਂ ਫਤਿਹ ਹੀ ਬੁਲਾ ਸਕੇ ਤੇ ਨਾ ਹੀ ਜੈ ਹਿੰਦ ਕਹਿ ਸਕੇ। ਭਾਵ ਦੁਬਦਾ ਇਹਨਾਂ ਦੇ ਮਨ 'ਚ ਉਦੋਂ ਵੀ ਖਤਮ ਨਾ ਹੋਈ। ਇਸ ਤੋਂ ਸਪਸ਼ਟ ਇਹ ਸੀ ਕਿ ਸਿੱਖਾਂ ਨੂੰ ਸਿਆਸੀ ਤੌਰ ਦੇ ਉੱਤੇ ਕੁਝ ਵੀ ਨਹੀਂ ਮਿਲਿਆ, ਨਾ ਫਤਿਹ ਰਹੀ ਤੇ ਨਾ ਹੀ ਇਹਨਾਂ ਦੀ ਉਸ ਦੇਸ਼ ਦੇ ਨਾਲ ਸਾਂਝ ਰਹੀ। ਇੱਕ ਨੇ ਹਿੰਦ ਦੀ ਜੈ ਬੋਲ ਦਿੱਤੀ ਤੇ ਦੂਜੇ ਨੇ ਪਾਕਿਸਤਾਨ ਦੀ ਸਲਾਮਤੀ ਚਾਹੀ। ਪਰ ਸਿੱਖਾਂ ਦੇ ਇੱਕ ਵੱਡਾ ਸਵਾਲੀਆ ਇਹ ਸੀ ਕਿ ਕਿਹਦੀ ਸਲਾਮਤੀ ਚਾਹੁੰਦੇ ਤੇ ਕਿਹਨੂੰ ਜਿੰਦਾਬਾਦ ਆਖਦੇ। ਸਿੱਖਾਂ ਦੇ ਅੱਗੇ ਸਵਾਲ ਸੀ ਕਿਉਂਕਿ ਤੀਜੀ ਕੌਮ ਜਿਹੜੀ ਸੀ ਰੁਲ ਗਈ। ਇਹਨਾਂ ਬੇਦਰੂਰੀ ਪਾਤਸ਼ਾਹੀ, ਇਹ ਢੰਗ ਹੈ ਪਾਤਸ਼ਾਹੀ ਰੁਲਣ ਦਾ ਹੁੰਦਾ, ਇਹ ਪਾਤਸ਼ਾਹੀ ਜਿਹੜੀ ਸੀ ਇਸ ਢੰਗ ਨਾਲ ਰੁਲ ਗਈ। ਸੱਚੀ ਮੁੱਚੀ ਇਸ ਦਾ ਰਿਜ਼ਲਟ ਇਹ ਨਿਕਲਿਆ ਕਿ ਇਸ ਰੁਲੀ ਹੋਈ ਪਾਤਸ਼ਾਹੀ ਨੂੰ ਫਿਰ ਖੂਨ ਦੇ ਦਰਿਆਵਾਂ ਦੇ ਉੱਤੇ ਤਰਨਾ ਪਿਆ। 87 ਦੀ ਵੰਡ ਸਿੱਖਾਂ ਦੇ ਖੂਨ ਦੇ ਵਿੱਚੋਂ ਹੋਈ ਔਰ ਖੂਨ ਦੇ ਦਰਿਆ ਵਗੇ ਔਰ ਖੂਨ ਦੇ ਦਰਿਆਵਾਂ ਦੇ ਉੱਤੇ ਸਿੱਖਾਂ ਨੂੰ ਤਰਨਾ ਪਿਆ। ਇਹ ਵੰਡ ਸਮੇਂ ਸਾਡੀ ਸਿਆਸੀ ਹੋਂਦ ਦੀ ਹਾਲਤ ਸੀ। ਕੌਮ ਲੈ ਸਕਦੀ ਸੀ ਪਰ ਦੂਰਦ੍ਰਿਸ਼ਟੀ ਜਿਹੜੀ ਨਾ ਹੋਣ ਕਰਕੇ ਇਹ ਸਿਆਸੀ ਕੁਝ ਕਮਜ਼ੋਰੀਆਂ ਸਾਡੇ ਅੰਦਰ ਰਹਿ ਗਈਆਂ। ਇੱਕ ਹੋਰ ਗੱਲ ਕਰਨੀ ਚਾਹੁੰਦਾ ਹਾਂ, ਸਾਡੀ ਇਸ ਸਿਆਸੀ ਸੂਝ-ਬੂਝ ਦੀ ਅਣਹੋਂਦ ਦਾ ਨਕਸ਼ਾ ਜਿਹੜਾ ਲੇਖਕਾਂ ਨੇ ਬੜਾ ਖੂਬਸੂਰਤ ਲਿਖਿਆ ਹੈ। ਕੈਥਲ ਜਹਾਨਸਨ ਨੇ ਜੋ ਲਾਰਡ ਮਾਊਂਟਬੈਟਨ ਦਾ ਪਰਸਨਲ ਸੈਕਟਰੀ ਸੀ, ਉਹਨੇ ਇੱਕ ਪੁਸਤਕ ਲਿਖੀ ਹੈ ਮਿਸ਼ਨ ਵਿਦ ਮਾਊਂਟਬੈਟਨ। ਉਹਦੇ 'ਚ ਉਹਨੇ ਬੜੀ ਗੱਲ ਕਮਾਲ ਦੀ ਲਿਖੀ ਹੈ। ਕਹਿੰਦਾ ਇਹ ਸਿੱਖ ਆਗੂ ਨਾ ਤਾਂ ਦੱਸ ਸਕੇ ਕਿ ਉਹ ਚਾਹੁੰਦੇ ਕੀ ਹਨ, ਉਹ ਸਿਰਫ ਇਹੀ ਰੱਟ ਲਗਾ ਰਹੇ ਸਨ ਕਿ ਪਾਕਿਸਤਾਨ ਨਾ ਬਣਾਓ, ਪਰ ਪਾਕਿਸਤਾਨ ਤਾਂ ਹਕੀਕਤ ਵਿੱਚ ਬਣ ਗਿਆ ਸੀ। ਸੋ ਉਹਨੇ ਜਿਹੜੇ ਬੜੇ ਕੋੜੇ ਜਿਹੇ ਲਫ਼ਜ਼ ਲਿਖੇ ਹਨ ਕਿ ਉਹ ਕੋਰੇ ਦਿਮਾਗਾਂ ਵਾਲੇ ਕੋਈ ਸੁਝਾਅ ਪੇਸ਼ ਨਾ ਕਰ ਸਕੇ। ਇਹ ਤਾਂ ਗੱਲ ਬੜੀ ਚੁਭਵੀਂ ਹੈ ਕਿ ਕੋਰੇ ਸੁਭਾਅ ਵਾਲੇ ਕੋਈ ਵੀ ਸੁਝਾਅ ਪੇਸ਼ ਨਾ ਕਰ ਸਕੇ। ਬਹੁਤ ਘੱਟ ਲੋਕਾਂ ਨੂੰ ਇਹ ਗੱਲ ਪਤਾ ਹੋਣੀ ਹੈ ਕਿ ਸਰਦਾਰ ਬਲਦੇਵ ਸਿੰਘ ਨੇ ਅਕਾਲ ਚਲਾਣੇ ਤੋਂ ਕੁਝ ਚਿਰ ਪਹਿਲਾਂ ਸ਼ਿਮਲਾ ਕਲੱਬ ਵਿੱਚ ਇੱਕ ਲੈਕਚਰ ਕਰਦੇ ਦੱਸਿਆ ਸੀ ਕਿ ਅੰਗਰੇਜ਼ਾਂ ਤੇ ਜਨਾਬ ਸਿੱਖਾਂ ਨੂੰ ਪੂਰਨ ਇਖਤਿਆਰਾਂ ਵਾਲੀ ਸਟੇਟ ਦੇਣ ਲਈ ਤਿਆਰ ਸਨ। ਕੋਈ ਸਨ ਜਿਨ੍ਹਾਂ ਨੇ ਇੱਕ ਸਾਫ਼ ਇਨਕਾਰ ਕਰ ਦਿੱਤਾ। ਫਿਰ ਇੱਕ ਘਟਨਾ ਵੀ ਸੁਣਾਈ ਉਹਨਾਂ ਨੇ ਜਦ ਲੰਡਨ ਦੀ ਇੱਕ ਵਾਰਤਾ ਵੀ 1947 ਦੇ ਅਪ੍ਰੈਲ ਦੀ ਨਾਕਾਮਯਾਬ ਹੋ ਜਦੋਂ ਇਹਨਾਂ ਦੀ ਗੱਲਬਾਤ ਨਾਕਾਮਯਾਬ ਹੋ ਗਈ ਤਾਂ ਨਹਿਰੂ ਉੱਠ ਕੇ ਚਲੇ ਗਏ। ਜਿਨਾਹ ਸਾਹਿਬ ਤੇ ਕਹਿੰਦੇ ਮੈਂ ਰਹਿ ਗਏ ਤੇ ਮੈਂ ਮੁਹੰਮਦ ਅਲੀ ਜਿਨਾਹ ਨੂੰ ਪੁੱਛਿਆ ਵੀ ਆਪ ਨੂੰ ਕਿੰਨਾ ਵੱਡਾ ਪਾਕਿਸਤਾਨ ਚਾਹੀਦਾ ਹੈ। ਉਸ ਵੇਲੇ ਮੇਜ਼ ਤੇ ਇੱਕ ਪੇਪਰ ਵੇਟ ਪਿਆ ਹੁੰਦਾ ਜਿਹੜਾ ਗੋਲ ਜਿਹਾ ਹੁੰਦਾ। ਕਹਿੰਦੇ ਮੇਜ਼ ਤੇ ਪੇਪਰ ਵੇਟ ਪਿਆ ਸੀ। ਪੇਪਰ ਵੇਟ ਨੂੰ ਹੱਥ 'ਚ ਫੜ ਕੇ ਜਿਨਾਹ ਨੇ ਕਿਹਾ ਬਲਦੇਵ ਸਿੰਘ ਭਾਵੇਂ ਇੰਨਾ ਕੀ ਮਿਲ ਜਾਏ ਪਰ ਲੈਣਾ ਪਾਕਿਸਤਾਨ ਹੈ।
क्या दूरदृष्टि सी उन्हां लीडरां दी, क्या सोच सी उन्हां दूरदृष्टां दी। माउंट बैटन नूं इह गल भी पता लग गई कि पाकिस्तान दित्ते बगैर गल सिरे नहीं चढ़नी। ये गल उसले समझ आ गई जदों कैबल जॉनसन ने मीटिंग की समाप्ति ते कहते ने एक लाइनां जिहियां मारनियां लिखनियां इदां ते ਉਹ कुछ ਲਾਈਨਾਂ ਇਦਾਂ ਆਪੋ ਚ ਲਾਈਨਾਂ ਜਿਹੀਆਂ ਮਾਰ ਰਹੇ ਨੇ ਘੋਲੇ ਝੋਲੇ ਅਸੀਂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਆਮ ਤੌਰ ਤੇ ਵੀ ਵਿਹਲਾ ਜਦੋਂ ਮਨੁੱਖ ਹੁੰਦਾ ਤੇ ਉਹ ਕਾਗਜ਼ਾਂ ਦੇ ਉੱਤੇ ਐਵੇਂ ਲਕੀਰਾਂ ਜਿਹੀਆਂ ਖਿੱਚਦਾ ਰਹਿੰਦਾ। ਤਾਂ ਮੁਹੰਮਦ ਅਲੀ ਜਿਨਾਹ ਨੇ ਤਾਂ ਇੱਕ ਮਹੱਲ ਬਣਾ ਕੇ ਉਹਦੇ ਉੱਤੇ ਹਲਾਲੀ ਝੰਡਾ ਲਹਿਰਾਤਾ, ਉਹਦੇ ਤੇ ਲਿਖਿਆ ਪਾਕਿਸਤਾਨ ਜਿੰਦਾਬਾਦ। ਅੱਜ ਆਪਾਂ ਜੋ ਮਰਜ਼ੀ ਵੀ ਕਹੀ ਜਾਈਏ, ਜਿਹੜੀਆਂ ਮਰਜ਼ੀ ਗੱਲਾਂ ਕਰੀ ਚੱਲੀਏ ਜਾਂ ਜਿੰਨੇ ਮਰਜ਼ੀ ਅਸੀਂ ਆਪਣੀਆਂ ਪੱਖ ਪੂਰਦੇ ਰਹੀਏ, ਸੱਚਾਈ ਇਹੋ ਹੀ ਹੈ ਕਿ ਸਿੱਖ ਆਗੂ ਸਿਆਣਪ ਨਾਲ ਜੇ ਮੋਹਰੇ ਆਪਣੇ ਖੇਡਦੇ ਤਾਂ ਇੱਜ਼ਤ ਵਾਲਾ ਇੱਕ ਹੱਕ ਜ਼ਰੂਰ ਪ੍ਰਾਪਤ ਕਰ ਲੈਂਦੇ। ਜਦ ਸਿਆਸੀ ਬਾਜੀ ਹਾਰ ਗਏ ਤਾਂ ਕਈ ਹੋਰ ਤਰੀਕਿਆਂ ਦੀ ਵਰਤੋਂ ਕਰਨ ਦੀ ਸੋਚਣ ਲੱਗੇ। ਇੱਥੇ ਇੱਕੋ ਗੱਲ ਕਹਿਣੀ ਬਣਦੀ ਹੈ ਕਿ ਸਾਡੇ ਲੀਡਰਸ਼ਿਪ ਜਾਂ ਤਾਂ ਵਿਸ਼ਵਾਸ ਵਿੱਚ ਅੰਨੀ ਹੋ ਗਈ ਸੀ, ਲੋੜ ਤੋਂ ਵੱਧ ਵਿਸ਼ਵਾਸ ਕਰ ਲੈਣਾ ਉਹਨਾਂ ਉੱਤੇ ਜਿਨ੍ਹਾਂ ਨੇ ਹਮੇਸ਼ਾ ਧੋਖਾ ਦਿੱਤਾ ਹੈ, ਜਾਂ ਸਾਡੇ ਕੋਲ ਦੂਰਦ੍ਰਿਸ਼ਟੀ ਦੀ ਕਮੀ ਸੀ। ਬ੍ਰਿਸ਼ਟ ਰਾਜ ਦੇ ਜਿਹੜੇ ਅੰਤਲੇ ਦਿਨ ਸਨ, ਲਾਸਟ ਡੇਜ਼ ਆ ਬ੍ਰਿਸ਼ਟ ਰਾਜ, ਸਿੱਖ ਆਗੂਆਂ ਦੇ ਸਿਆਸੀ ਹਾਲਾਤ ਦਾ ਜ਼ਿਕਰ ਜਿਹੜਾ ਉਹ ਕਿਤਾਬਾਂ 'ਚ ਮਿਲਦਾ, ਮੈਂ ਜ਼ਿਆਦਾ ਜ਼ਿਕਰ ਉਹ 'ਚ ਨਹੀਂ ਕਰਾਂਗਾ। ਸਿਰਫ ਇੰਨੀ ਗੱਲ ਹੀ ਕਹਾਂਗਾ ਕਿ ਕਈ ਮਿਸਾਲਾਂ ਸਾਡੇ ਕੋਲ ਹਨ ਜਦੋਂ ਸਾਨੂੰ ਚੀਜ਼ ਮਿਲਦੀ ਅਸੀਂ ਨਾ ਲਏ, ਪਰ ਸਭ ਧਰਤੀ ਹਲਚਲ ਪਈ ਸਾਡੇ ਘਰ ਬਾਹਰ ਦੇ ਵਾਕ ਅਨੁਸਾਰ ਕੌਮ ਦੀ ਬਦਕਿਸਮਤੀ ਦੀ ਲੰਬੀ ਦਾਸਤਾਨ 15 ਅਗਸਤ 1947 ਨੂੰ ਸ਼ੁਰੂ ਹੋ ਗਈ। ਇੱਥੋਂ ਇਤਿਹਾਸ ਸਿੱਖਾਂ ਦਾ ਅਗਲਾ ਸ਼ੁਰੂ ਹੁੰਦਾ ਹੈ ਕਿ ਮੱਸਿਆ ਦੀ ਕਾਲੀ ਰਾਤ ਵਾਂਗੂ ਸਿਰਫ ਇੱਕ ਚਾਨਣ ਦੀ ਕਿਰਨ ਸੀ, ਸਿੱਖ ਇਕਤਾ ਇਕੱਠੇ ਹੋ ਗਏ। ਬਸ 47 ਦੀ ਹਲਚਲ ਨੇ ਸਿੱਖਾਂ ਨੂੰ ਮਾਨਸਿਕ ਤੌਰ ਤੇ ਨਾਲ ਸਰੀਰਕ ਤੌਰ ਤੇ ਵੀ ਇੱਕ ਦੂਜੇ ਦੇ ਨੇੜੇ ਤਾਂ ਲਿਆਂਦਾ, ਪਰ ਲੋੜ ਸੀ ਤਾਂ ਸਿਰਫ ਇੱਕ ਉਸ ਵੇਲੇ ਸਿਆਣੇ ਆਗੂ ਦੀ, ਜਿਹਦਾ ਉੱਚ ਸਿਆਸੀ ਪੱਧਰ ਜਿਹੜਾ ਸੀ ਉੱਚਾ ਹੁੰਦਾ, ਜਿਹਦੇ ਵਿੱਚ ਅਸੀਂ ਮਾਰ ਖਾਂਦੇ ਰਹੇ। ਵਿਸ਼ਾਲ ਹਿੰਦੁਸਤਾਨ ਵੱਲ ਅੱਖਾਂ ਖੋਲ ਕੇ ਵੇਖਦੇ ਰਹੇ, ਆਪਣੀ ਹੋਂਦ ਹੀ ਮਿਟਾ ਬੈਠੇ ਤੇ ਦਲੀਲਾਂ ਦੇਣ ਲੱਗ ਪਏ ਕਿ ਜਮਹੂਰੀਅਤ ਆ ਗਈ ਹੈ, ਸਿਰਾਂ ਦਾ ਰਾਜ ਹੈ, ਸਾਂਝੀਆਂ ਚੋਣਾਂ ਹਨ, ਰਾਜ ਭਾਗ ਵਿੱਚ ਹਿੱਸਾ ਵੰਡਾਓ। ਬਸ ਇਹੋ ਜਿਹੀਆਂ ਗੱਲਾਂ ਕਰਕੇ ਡਰ ਤੇ ਲਾਲਚ ਹੇਠ ਆਗੂਆਂ ਨੇ ਕੌਮ ਨੂੰ ਸਿਆਸੀ ਥਾਂ ਦਿਵਾਉਣ ਦੀ ਥਾਂ ਤੇ ਪਿੱਛੇ ਲੱਗ ਕੇ ਕਮਜ਼ੋਰ, ਬੁਜ਼ਦਲ, ਨਿਰਬਲ ਜਿਹੜਾ ਸੀ ਉਹ ਕਰ ਦਿੱਤਾ। ਦੂਜਿਆਂ ਨਾਲ ਬਹਿਣਾ ਸ਼ੁਰੂ ਕਰ ਦਿੱਤਾ, ਉਹਨਾਂ ਨਾਲ ਜਿਨ੍ਹਾਂ ਨਾਲ ਸਿਧਾਂਤ ਮੇਲ ਨਹੀਂ ਸੀ ਖਾਂਦੇ। ਗੁਰੂ ਗੋਬਿੰਦ ਸਿੰਘ ਦਾ ਪੰਥ ਜੋ ਨਿਆਰਾ ਸੀ, ਨਿਆਰਾ ਨਾ ਰਹਿ ਗਿਆ। ਸਟੇਟਸਮੈਨ ਦੇ ਪ੍ਰਸਿੱਧ ਇੱਕ ਐਡੀਟਰ ਹੋਏ ਈਨਸ ਸਟੀਫਨਸ, ਉਸ ਸਮੇਂ ਉਹਨਾਂ ਨੇ ਆਪਣੀ ਪੁਸਤਕ 'ਚ ਇੱਕ ਬੜੀ ਗੱਲ ਠੀਕ ਲਿਖੀ, ਆਗੂ ਰਹਿਤ ਕੌਮ ਮਾਰ ਖਾ ਰਹੀ ਹੈ, ਉਸ ਵਕਤ ਤੱਕ ਠੋਕਰਾਂ ਖਾਂਦੀ ਰਹੇਗੀ ਜਦ ਤੱਕ ਇਸ ਨੂੰ ਉੱਚ ਪੱਧਰ ਦੇ ਸਿਆਣੇ, ਬੇਗਰਜ, ਨਿਧੜਕ, ਨਿਚੱਕ ਆਗੂ ਨਹੀਂ ਮਿਲਦੇ। ਕੌਮ ਇਸ ਵਿੱਚ ਲੱਭ ਰਹੀ ਹੈ ਕੋਈ ਐਸਾ ਆਗੂ ਮਿਲੇ ਜੋ ਇਸ ਨੂੰ ਖੁੱਸਾ ਹੋਇਆ ਸਤਿਕਾਰ ਦਿਵਾ ਦੇਵੇ। ਇਹ ਸਟੀਫਨਸ ਨੇ ਸਟੇਟਸਮੈਨ ਦੇ ਅਖਬਾਰ ਦੇ ਵਿੱਚ ਇਹ ਸ਼ਬਦ ਜਿਹੜੇ ਹਨ ਇਹ ਲਿਖੇ ਹਨ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਇੱਕ ਬੜੀ ਸਵਾਦਲੀ ਜਿਹੀ ਘਟਨਾ ਆਉਂਦੀ ਹੈ, ਰਤਨ ਸਿੰਘ ਭੰਗੂ ਨੇ ਲਿਖੀ। ਮੈਂ ਉਹਦਾ ਇੱਕ ਜ਼ਿਕਰ ਜ਼ਰੂਰ ਕਰਦਾ ਚਾਹੁੰਦਾ, ਭਾਵੇਂ ਉਹ ਹੈ ਤਾਂ ਜਿਹੜੀ ਪੰਥ ਪ੍ਰਕਾਸ਼ ਵਿੱਚ ਬਹੁਤੀਆਂ ਸਚਾਈਆਂ ਮਿਲਦੀਆਂ ਨਹੀਂ ਹੈ, ਪਰ ਕੁਝ ਗੱਲਾਂ ਬੜੀਆਂ ਕੰਮ ਦੀਆਂ ਮਿਲਦੀਆਂ ਹਨ। ਉਹ ਲਿਖਦਾ ਵੀ ਇੱਕ ਵਾਰੀ ਕਲਗੀਧਰ ਪਾਤਸ਼ਾਹ ਬੜੇ ਖੁਸ਼ ਬੈਠੇ, ਪ੍ਰਸੰਨਚਿਤ ਬੈਠੇ ਸਨ ਤੇ ਸਿੰਘਾਂ ਦੀਆਂ ਕਰਨੀਆਂ ਨੂੰ ਯਾਦ ਕਰ ਬਖਸ਼ਾਂ ਕਰ ਰਹੇ ਸੀ। ਬਖਸ਼ਿਸ਼ ਦੇ ਦਰ ਤੇ ਆ ਕੇ ਉਹਨਾਂ ਨੇ ਕਿਹਾ, ਸਿੰਘੋ ਕੁਝ ਮੰਗੋ। ਤਾਂ ਸੰਗਤ ਵਿੱਚੋਂ ਇੱਕ ਨੇ ਉੱਠ ਕੇ ਕਿਹਾ, ਮਹਾਰਾਜ ਸਾਨੂੰ ਬਸ ਪੰਜਾਬ ਦੀ ਬਖਸ਼ਿਸ਼ ਕਰ ਦਿਓ। ਉਹਦੇ ਲਫ਼ਜ਼ ਉਹਨੇ ਲਿਖਿਆ, ਚਾਹੇ ਪੰਜਾਬ ਅਬ ਹਮ ਮੰਨ ਲੈ, ਵੀ ਸਾਨੂੰ ਕਿਰਪਾ ਕਰੋ ਵੀ ਸਾਨੂੰ ਪੰਜਾਬ ਦੇ ਦਿਓ। ਮਹਾਰਾਜ ਨੇ ਕਿਹਾ, ਦੱਖਣ ਮੰਗੋ, ਪਹਾੜ ਮੰਗੋ, ਸਮੁੰਦਰ ਮੰਗੋ, ਪੂਰਬ ਪੱਛਮ ਦੇ ਇਲਾਕੇ ਦੀ ਮੰਗ ਕਰੋ,
ਪਰ ਅੱਗੋਂ ਸਿੱਖ ਇਹੋ ਹੀ ਕਹਿੰਦੇ ਰਹੇ ਕਿ ਸਾਨੂੰ ਪੰਜਾਬ ਹੀ ਚਾਹੁੰਦੇ ਹਾਂ, ਅਸੀਂ ਪੰਜਾਬ ਹੀ ਚਾਹੀਦਾ ਹੈ। ਮਹਾਰਾਜ ਨੇ ਫਿਰ ਅੱਗੇ ਕਿਹਾ, ਮੰਗੋ ਜਗੀਰ ਘਨੇਰੀ, ਜਿਤਨੀ ਚਾਹੋ ਸੋ ਲਿਓ ਘੇਰੀ, ਵੀ ਜਿੰਨਾ ਮਰਜ਼ੀ ਇਲਾਕਾ ਮੰਗ ਲਓ, ਤੁਹਾਨੂੰ ਸਾਰਾ ਇਲਾਕਾ ਮਿਲ ਜਾਏਗਾ। ਤੁਸੀਂ ਕੀ ਇਹ ਪੰਜਾਬ ਦੀ ਗੱਲ ਤੇ ਅੜ ਗਏ ਹੋ? ਪਰ ਕਹਿੰਦੇ ਸਿੱਖ ਪੰਜਾਬ ਤੋਂ ਅੱਗੇ ਹੀ ਨਾ ਜਾਣ। ਅਖੀਰ ਮਹਾਰਾਜ ਨੇ ਪੁੱਛ ਹੀ ਲਿਆ ਕਿ ਬਾਰ-ਬਾਰ ਪੰਜਾਬ ਹੀ ਮੰਗਦੇ ਹੋ, ਤਾਂ ਇੱਕ ਨੇ ਅੱਗੋਂ ਕਹਿ ਦਿੱਤਾ, ਮਹਾਰਾਜ ਸ਼ਰੀਕੇ ਨੂੰ ਦੱਸਣਾ, ਬਸ ਸਾਡੀ ਗੱਲ ਸ਼ਰੀਕੇ ਤੱਕ ਹੀ ਹੈ। ਸ਼ਰੀਕ ਮੇ ਵੋ ਪਰੇ, ਲਵੇ ਬਦਲ ਹਮ ਸਰਜੇ। ਇਹ ਚੌਥੀ ਛਾਪ ਦੇ ਵਿੱਚ ਪੰਨਾ ਨੰਬਰ 49 ਦੇ ਉੱਤੇ ਰਤਨ ਸਿੰਘ ਭੰਗੂ ਨੇ ਇਹ ਵਾਰਦਾਤ ਅੰਕਿਤ ਕੀਤੀ ਹੈ। ਝੂਠੀ ਹੈ ਕਿ ਖਰੀ ਹੈ, ਲੇਕਿਨ ਇੱਕ ਗੱਲ ਬੜੀ ਹੈ ਕਿ ਸਾਡਾ ਰਤਨ ਸਿੰਘ ਜਿਹੜਾ ਆਹ ਦਾ ਨਾਰਾ ਮਾਰਦੇ ਹੋਏ ਲਿਖਿਆ ਭੰਗੂ ਨੇ, ਦੇਖੋ ਕੌਮ ਦੀ ਕਿਸਮਤ, ਕੌਮ ਦਾ ਮਾਲਕ ਇਹਨਾਂ ਨੂੰ ਵਿਲਾਇਤ ਦੇਣਾ ਚਾਹੁੰਦਾ ਹੈ, ਵਿਲਾਇਤਾਂ, ਪਰ ਰਹਿਣਾ ਚਾਹੁੰਦੇ ਨੇ ਆਪਣੇ ਇੱਕ ਖੁੱਡੇ ਹੋਏ ਟੁੱਟੇ ਹੋਏ ਘਰ ਦੇ ਵਿੱਚ। ਕਹਿੰਦੇ ਜਰਾ ਵੀ ਲੰਮੀ ਨਜ਼ਰ ਨਹੀਂ ਸੀ, ਤੇ ਲੰਮੀ ਨਜ਼ਰ ਤੇ ਲੰਮੀ ਨਜ਼ਰ ਦਵੇ ਸੱਚੇ ਪਾਤਸ਼ਾਹ। ਇਹੋ ਹੀ ਸਾਡੀ ਗੁਰੂ ਦੇ ਅੱਗੇ ਅਰਦਾਸ ਹੈ। ਇਹ ਹਾਲਾਤ ਸੀ ਜਿਨ੍ਹਾਂ ਦੀ ਮੈਂ ਜ਼ਿਕਰ ਕੀਤਾ ਤੁਹਾਡੇ ਨਾਲ, ਵੀ ਜ਼ਰੂਰੀ ਸਮਝਦਾ ਸੀ। ਜੋ ਪਿਛਲੇ ਹਫ਼ਤੇ ਮੇਰੇ ਕੋਲ ਰਹਿ ਗਿਆ ਸੀ, ਇਹ ਵਿਚਾਰਾ ਨਹੀਂ ਸੀ ਕਰ ਸਕੇ, ਤੇ ਪਿਛਲੇ ਹਫ਼ਤੇ ਦੇ ਇਤਿਹਾਸ ਵਿੱਚੋਂ ਅਸੀਂ ਅਗਲੀਆਂ ਵਿਚਾਰਾਂ ਦੀ ਹੁਣ ਗੱਲ ਕਰਾਂਗੇ। 1947 ਦੇ ਵਿੱਚ ਲੱਖਾਂ ਸਿੱਖਾਂ ਦਾ, ਮੁਸਲਮਾਨਾਂ, ਇੱਥੋਂ ਤੱਕ ਕਿ ਹਿੰਦੂਆਂ ਦਾ ਖੂਨ ਵੀ ਡੁੱਲਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਇਹੋ ਹਾਲ ਬੰਗਾਲ ਵਿੱਚ ਵੀ ਹੋਇਆ। ਗਾਂਧੀ ਤੇ ਜਿਨਾਹ ਨੇ ਸਿੱਖਾਂ ਦੇ, ਬੰਗਾਲੀਆਂ ਦੇ ਖੂਬਸੂਰਤ ਬਾਗਾਂ ਨੂੰ ਉਜਾੜ ਦਿੱਤਾ। ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਤੇ ਉਧਰ ਮੁਹੰਮਦ ਅਲੀ ਜਿਨਾਹ, ਸਿੱਖਾਂ ਦਾ ਖੂਬਸੂਰਤ ਬਾਗ ਇਹਨਾਂ ਦੇ ਹੱਥੋਂ ਉਜੜ ਗਿਆ। ਭਾਰਤ ਤੇ ਕਾਬਜ਼ ਲੋਕਾਂ ਨੇ ਇਲਜ਼ਾਮ ਇਹ ਲਾਇਆ ਕਿ ਬਲਦੇਵ ਸਿੰਘ ਨੇ ਇੱਕ ਡਿਫੈਂਸ ਮਿਨਿਸਟਰੀ ਤੇ ਆਪਣੀ ਹਿੰਦੁਸਤਾਨ 'ਚ ਪਈ ਹੋਈ ਜਾਇਦਾਦ ਦੀ ਖਾਤਰ ਆਪਣੀ ਕੌਮ ਨੂੰ ਵੇਚ ਦਿੱਤਾ ਹੈ, ਤੇ ਹਿੰਦੂ ਆਗੂ ਚੁੱਪਚਾਪ ਇਹ ਵੇਖਦੇ ਰਹੇ ਜਿਵੇਂ ਕੋਈ ਇੱਕ ਮਾਮੂਲੀ ਜਿਹਾ ਫਸਾਦ ਹੋ ਗਿਆ ਹੋਵੇ। ਭਵਿੱਖ ਵਿੱਚ ਜਿਨ੍ਹਾਂ ਦੀ ਤਲਵਾਰ ਹਿੰਦੂ ਫਿਰਕਾ ਪ੍ਰਸਤਾਂ ਦੀ ਘਟੀਆ ਸੋਚ ਜਿਹੜੀ ਸੀ, ਸਿੱਖਾਂ ਨੂੰ ਉਹਦੇ ਹਵਾਲੇ ਕਰ ਦਿੱਤਾ। ਪਰ ਇਕੱਲਾ ਬਲਦੇਵ ਸਿੰਘ ਇਹਦੇ ਲਈ ਜ਼ਿੰਮੇਵਾਰ ਨਹੀਂ ਸੀ, ਹੋਰ ਵੀ ਕਈ ਗੁਨਾਹਗਾਰ ਹਨ ਜਿਨ੍ਹਾਂ ਦਾ ਆਪਾਂ ਜ਼ਿਕਰ ਪਿਛਲੇ ਲੈਕਚਰਾਂ ਦੇ ਵਿੱਚ ਅਸੀਂ ਕਰ ਚੁੱਕੇ ਹਾਂ। 1947 ਦੇ ਵਿੱਚ ਪੂਰਬੀ ਪੰਜਾਬ ਦੀ ਆਬਾਦੀ, ਜਿਹਦੇ ਵਿੱਚੋਂ ਸਿੱਖ ਜਿਹੜੇ ਹਨ ਉਹ ਤਕਰੀਬਨ 35% ਸਨ, ਜਿਹੜੇ ਕੌਮ ਨੂੰ ਇਕੱਠੇ ਪੰਜਾਬ ਦੇ ਵਿੱਚ। ਹਿੰਦੂ 62% ਸਨ, 3% ਮੁਸਲਮਾਨ, ਈਸਾਈ, ਬੋਧੀ ਤੇ ਜੈਨਾਂ ਦੀ ਗਿਣਤੀ ਸੀ। ਪੰਜਾਬ ਦੇ ਪੰਜਾਬੀ ਬੋਲਦੇ 12 ਜ਼ਿਲ੍ਹਿਆਂ ਵਿੱਚ ਸਿੱਖਾਂ ਦੀ ਆਬਾਦੀ 52% ਸੀ। 52% ਜਿਹੜੇ ਪੰਜਾਬੀ ਬੋਲਦੇ ਇਲਾਕੇ ਸਨ। ਸਿੱਖਾਂ ਵਿੱਚ ਤਕਰੀਬਨ ਤੀਜਾ ਹਿੱਸਾ ਗਿਣਤੀ ਰਿਫਿਊਜੀਆਂ ਦੀ ਸੀ, ਰਿਫਿਊਜੀ ਜਿਹੜੇ ਉਜੜ ਕੇ ਪਾਕਿਸਤਾਨ ਤੋਂ ਆਏ। ਸਿੱਖ ਕੌਮ ਨੂੰ ਇਹਨਾਂ ਨੂੰ ਵਸਾਉਣ ਲਈ ਬੜੀ ਵੱਡੀ ਇੱਕ ਜਦੋਜਹਿਦ ਕਰਨੀ ਪਈ। ਜੇ ਆਪ ਜੀ ਦੇ ਵਾਕਿਫ ਹੋਵੋ, ਦੇ ਵਡੇਰੇ ਪਾਕਿਸਤਾਨ ਤੋਂ ਆਏ ਹੋਣ, ਪਤਾ ਹੈ ਜਦੋਂ ਕਹਾਣੀਆਂ ਸੁਣਾਉਂਦੇ ਨੇ ਪੰਜਾਬ ਦੀ, ਭਾਰਤ ਦੀ ਵੰਡ ਦੀਆਂ, ਤਾਂ ਸਾਡੀਆਂ ਅੱਖਾਂ 'ਚ ਅਥਰੂ ਨਹੀਂ ਸੁੱਕਣੇ। ਕਿਵੇਂ ਉਹਨਾਂ ਨੇ ਆਪਣੇ ਪਿੰਡੇ ਤੇ ਜ਼ਫਰ ਜਾਲੇ, ਭੁੱਖੇ ਨੰਗੇ ਕਿੰਨੇ ਦਿਨ ਬਿਨਾਂ ਰੋਟੀ ਤੋਂ ਗੁਜ਼ਾਰਾ ਕੀਤਾ, 3 ਕੱਪੜਿਆਂ ਦੇ ਨਾਲ ਘਰ-ਬਾਰ ਛੱਡ ਕੇ ਇਸ ਧਰਤੀ ਤੇ ਕਦਮ ਰੱਖ ਲਿਆ, ਜਿਸ ਧਰਤੀ ਨੂੰ ਆਪਣਾ ਸਮਝਿਆ ਸੀ, ਪਰ ਇਸ ਧਰਤੀ ਵਿੱਚ ਵੀ ਬੇਗਾਨਾਪਨ ਅੱਜ ਤੱਕ ਮਹਿਸੂਸ ਕਰਦੇ ਰਹਿਣਗੇ ਤੇ ਕਰਦੇ ਰਹਾਂਗੇ, ਜਿਹੜੀ ਪੋਜੀਸ਼ਨ ਸਾਡੀ ਅੱਜ ਬਣੀ ਹੋਈ ਹੈ। ਉਸ ਵੇਲੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਕੁੱਲ 87 ਮੈਂਬਰ ਹੁੰਦੇ ਸੀ, ਹੁਣ 117 ਦੀ ਗਿਣਤੀ ਹੈ, ਪਹਿਲਾਂ 87 ਹੁੰਦੇ ਸਨ। 23 ਅਕਾਲੀ, 50 ਕਾਂਗਰਸ ਦੇ ਤੇ 14 ਆਜ਼ਾਦ ਇੰਡੀਪੈਂਡੈਂਟ ਜਿਹੜੇ ਜਿੱਤੇ ਸਨ। ਕਾਂਗਰਸ ਦੇ ਵਿੱਚੋਂ ਵੀ 10 ਸਿੱਖ ਸਨ। ਇਸ ਅਸੈਂਬਲੀ ਵਿੱਚ ਕਾਂਗਰਸ ਪਾਰਟੀ ਇੱਕ ਨਹੀਂ ਸੀ, 2 ਧੜੇ ਸੀ ਇਸ ਕਾਂਗਰਸ ਦੇ। ਹੁਣ ਮੈਂ ਆਜ਼ਾਦੀ ਤੋਂ ਬਾਅਦ ਦੀ ਗੱਲ ਆਪ ਜੀ ਨਾਲ ਸ਼ੁਰੂ ਕਰ ਰਿਹਾ। ਪੰਜਾਬ ਤੋਂ ਇੱਕ ਸੀ ਗੋਪੀ ਚੰਦ ਭਾਰਗਵ ਦਾ ਧੜਾ,
ਤੇ ਦੂਜਾ ਸੀ ਸਤਪਾਲ ਦਾ ਧੜਾ। ਇੱਕੋ ਜੀ ਤਾਕਤ ਵਿੱਚ ਤਕਰੀਬਨ ਬਰਾਬਰ ਇਹਨਾਂ ਦੇ ਕੋਲ ਪਾਵਰ ਸੀ। ਇਸ ਹਾਲਤ ਦੇ ਵਿੱਚ ਜਦੋਂ ਤਾਕਤਾਂ ਬਰਾਬਰ ਹੋਣ, ਧੜੇ ਵੱਡੇ ਹੋਏ ਹੋਣ, ਪਾਰਟੀਆਂ ਵੰਡੀਆਂ ਹੋਈਆਂ ਹੋਣ, ਤਾਂ ਤਾਕਤ ਜਿਹੜੀ ਹੈ ਉਹ ਵਿਰੋਧੀਆਂ ਦੇ ਜਾਂ ਦੂਜੀ ਪਾਰਟੀ ਦੇ ਹੱਥ ਵਿੱਚ ਹੋ ਜਾਂਦੀ। ਇਹ ਕਹਿ ਸਕਦੇ ਆ ਕਿ ਪਾਸਕੂ ਜਿਹੜਾ ਸੀ ਅਕਾਲੀਆਂ ਦੇ ਕੋਲ ਤਾਂ ਹੋ ਸਕਦਾ ਸੀ, ਪਰ ਅਕਾਲੀ ਦਲ ਵਿੱਚ ਵੀ ਚੱਪੇ ਦੇ ਇਹ ਕਹਿ ਲਵਾਂ ਕਿ ਮੌਕਾ ਪ੍ਰਸਤਾਗੂ ਉਸ ਵੇਲੇ ਵੀ ਮੌਜੂਦ ਸਨ। ਗੁਲਾਮੀ ਵਰਗੀ ਹਾਲਤ ਵਿੱਚ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਆਜ਼ਾਦੀ ਦੀ ਸੋਚ ਨਹੀਂ ਸੀ, ਨਾ ਹੀ ਕੌਮੀ ਸੋਚ ਸਾਡੇ ਅੰਦਰ ਸੀ। ਸਿਰਫ ਆਪਣੇ ਜਾਤੀ ਮੁਹਾਦ ਦੇ ਲਈ, ਨਿੱਜ ਦੀ ਕੁਰਸੀ ਦੇ ਲਈ ਅਸੀਂ ਕੌਮ ਦੇ ਨਾਲ ਤੇ ਦੇਸ਼ ਦੇ ਨਾਲ ਜਿਹੜਾ ਸੀ ਧਰੋਹ ਕਮਾਉਣ ਦੇ ਲਈ ਬਾਰ-ਬਾਰ ਕੰਮ ਕੀਤਾ। ਜੇ ਪ੍ਰੈਸ ਦੀ ਗੱਲ ਕਰੀਏ ਤਾਂ ਪ੍ਰੈਸ ਉਸ ਵੇਲੇ ਦੀ ਗਾਂਧੀ ਤੇ ਹਿੰਦੂ ਜਿਨ੍ਹਾਂ ਨੇ ਪਾਕਿਸਤਾਨ ਬਣਾਉਣ 'ਚ ਹੱਦੋਂ ਵੱਧ ਜ਼ੋਰ ਲਾਇਆ ਸੀ, ਇਹ ਪ੍ਰੈਸ ਜਿਹੜੀ ਸੀ ਜਲੰਧਰ ਦੇ ਵਿੱਚ ਆ ਕੇ ਡੇਰੇ ਲਾ ਲਿਆ। ਦੂਜੇ ਲਫ਼ਜ਼ਾਂ 'ਚ ਕਹਿ ਲਈਏ ਜਿਹਨੂੰ ਮਹਾਸ਼ਾ ਪ੍ਰੈਸ ਅਸੀਂ ਕਹਿੰਦੇ ਆ, ਇਹ ਜਲੰਧਰ ਤੋਂ ਨਿਕਲਦੀਆਂ ਸਾਰੀਆਂ ਅਖਬਾਰਾਂ ਦਾ ਮਾਲਕ ਸੀ, ਅੱਜ ਵੀ ਹੈ। ਜਿਹੜੀਆਂ ਅਖਬਾਰਾਂ ਨਿਕਲਦੀਆਂ ਹਨ ਸਿਰਫ ਇੱਕ ਦੋ ਅਖਬਾਰਾਂ ਨੂੰ ਛੱਡ ਕੇ, ਇੱਥੋਂ ਹੀ ਸਾਰੀਆਂ ਅਖਬਾਰਾਂ ਨਿਕਲਦੀਆਂ ਸੀ। ਹਿੰਦ ਸਮਾਚਾਰ, ਫਲਾਣੀ, ਮੈਨੂੰ ਨਾਂ ਵੀ ਨਹੀਂ ਪੂਰੇ ਆਉਂਦੇ, ਜਿਹੜੀਆਂ ਵੀਰ ਪ੍ਰਤਾਪ, ਇਸ ਤਰ੍ਹਾਂ ਜਲੰਧਰ ਦੇ ਵਿੱਚ ਦਫ਼ਤਰ ਹੁੰਦੇ ਸੀ। ਕਈ ਛੋਟੇ ਸੀ, ਕੁਝ ਦਫ਼ਤਰ ਬੰਦ ਹੋ ਗਏ, ਕੁਝ ਅਖਬਾਰਾਂ ਅਜੇ ਵੀ ਚੱਲਦੀਆਂ ਨੇ, ਜਿਨ੍ਹਾਂ ਨੇ ਬਾਅਦ ਦੇ ਵਿੱਚ 78 ਤੋਂ ਬਾਅਦ ਵੀ ਖਾੜਕੂ ਲਹਿਰ ਦੇ ਵਿੱਚ ਆਪਣਾ ਜਿਹੜਾ ਰੋਲ ਸੀ ਉਹਨਾਂ ਨੇ ਪਲੇ ਕੀਤਾ। ਖਾੜਕੂ ਲਹਿਰ ਨੂੰ ਖਤਮ ਕਰਨ ਦੇ ਲਈ, ਜਾਂ ਇਹ ਕਹਿ ਲਓ ਕਿ ਸਿੱਖਾਂ ਨੂੰ ਅੱਤਵਾਦੀ ਗਰਦਾਨਣ ਦੇ ਵਿੱਚ ਉਹਨਾਂ ਨੇ ਆਪਣਾ ਰੋਲ ਪਲੇ ਕੀਤਾ, ਅੱਜ ਵੀ ਕਰ ਰਹੇ। ਕਿਉਂਕਿ ਪ੍ਰੈਸ ਜਿਹੜੀ ਹੁੰਦੀ ਹੈ ਇਹ ਹਮੇਸ਼ਾ ਹੀ ਲੋਕਾਂ ਦੀ ਸੋਚ ਨੂੰ ਬਦਲਦੀ ਹੈ। ਤੋਂ ਹੁਣ ਭਾਰਤ ਵਿੱਚ ਸੈਕੂਲਰਿਜ਼ਮ ਦਾ ਇੱਕ ਅਖੌਤੀ ਜਿਹਾ ਨਾਰਾ ਹੈ, ਝੂਠਾ ਨਾਰਾ ਮੈਂ ਲਫ਼ਜ਼ ਵਰਤਾਂ, ਨਾ ਕਿ ਫਿਰਕਾ ਪ੍ਰਸਤੀ ਦਾ ਫਰੇਬ ਜਿਹੜਾ ਸੀ ਉਹ ਖੇਡਿਆ ਜਾ ਰਿਹਾ ਸੀ। ਔਰ ਬਹੁ ਗਿਣਤੀ ਨੂੰ ਸਿੱਖਾਂ ਦੇ ਖਿਲਾਫ ਭੜਕਾਉਣ ਦੀ ਹਰਕਤ ਜਿਹੜੀ ਸੀ ਇਹ ਪ੍ਰੈਸ ਨੇ ਸ਼ੁਰੂ ਕਰ ਦਿੱਤੀ। ਇਹੋ ਹੀ ਹਾਲ ਟ੍ਰਿਬਿਊਨ ਅਖਬਾਰ ਦਾ ਵੀ ਸੀ। ਟ੍ਰਿਬਿਊਨ ਦੇ ਐਡੀਟੋਰੀਅਲ ਦੇਖੋ 10 ਤੇ 26 ਅਕਤੂਬਰ 1948 ਦਾ, ਉਹਨੂੰ ਪੜ੍ਹ ਕੇ ਦੇਖੋ, ਸਾਰੀ ਗੱਲ ਕਲੀਅਰ ਹੋ ਜਾਏਗੀ। ਸਿੱਖ ਜਿਹੜੇ ਅਜੇ ਆਪਣੇ ਘਰ ਦੀ ਵੀ ਸੰਭਾਲ ਨਹੀਂ ਸੀ ਕਰ ਸਕੇ, ਇੱਕ ਨਵੀਂ ਮੁਸੀਬਤ 'ਚ ਫਸ ਗਏ। ਮਹਾਸ਼ੇ ਕਾਂਗਰਸ ਜਿਹੜੇ ਪਾਕਿਸਤਾਨ ਦੇ ਵਿਰੋਧ ਦੀ ਬੰਦੂਕ ਸਿੱਖਾਂ ਦੇ ਮੋਢੇ ਤੇ ਰੱਖੀ ਸੀ, ਸਾਰਾ ਕੁਝ ਸਿੱਖਾਂ ਨੂੰ ਕਰਾਉਂਦੀ ਰਹੀ। ਸਿੱਖਾਂ ਨੂੰ ਪਾਕਿਸਤਾਨ ਦੇ ਖਤਰੇ ਤੇ ਡਰਾਵੇ ਵਿੱਚ ਹੁਣ ਆਪਣਾ ਘਰ ਵੀ ਬਚਾਉਣ ਨਾ ਦਿੱਤਾ। ਹੁਣ ਉਹੀ ਜਿਹੜੇ ਲੋਕ ਸੀ ਅੱਖਾਂ ਦਿਖਾਉਣ ਲੱਗ ਪਏ। ਕੀ ਕੁਝ ਹੋਇਆ, ਕੀ ਵਾਅਦੇ ਹੋਏ, ਕੀ ਹੋਇਆ, ਇਹ ਅਸੀਂ ਅੱਗੇ ਜ਼ਿਕਰ ਕਰਦੇ ਜਾਵਾਂਗੇ। ਤਾਂ ਸਭ ਤੋਂ ਦੁਖੀ ਇਸ ਹਾਲਤ ਵਿੱਚ ਮਾਸਟਰ ਤਾਰਾ ਸਿੰਘ ਜੀ ਹੋਏ। ਦੁਖੀ ਤਾਂ ਹੋਏ, ਪਰ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਪੰਡਿਤ ਜਵਾਹਰ ਲਾਲ ਨਹਿਰੂ ਤੇ ਹੋਰ ਜਿਹੜੇ ਭਾਰਤੀ ਲੀਡਰ ਸੀ ਹਮੇਸ਼ਾ ਹੀ ਉਹਨਾਂ ਦਾ ਮੂੰਹ ਚੜਾਉਂਦੇ ਰਹੇ। ਇਹ ਕਿਤਾਬ ਦੁਰਗਾ ਦਾਸ ਨੇ ਲਿਖੀ ਹੈ, ਕਰਜਨ ਟੂ ਨਹਿਰੂ ਐਂਡ ਆਫਟਰ। ਉਹਦੇ ਵਿੱਚ ਸਾਰੀਆਂ ਗੱਲਾਂ ਉਹਨਾਂ ਨੇ ਬਿਆਨ ਕੀਤੀਆਂ ਨੇ, ਕਿਵੇਂ ਮਹਾਰਾਜ ਮਾਸਟਰ ਤਾਰਾ ਸਿੰਘ ਦਾ ਮੂੰਹ ਇਹ ਲੋਕ ਚੜਾਉਂਦੇ ਸਨ। ਦੁਰਗਾ ਦਾਸ ਨੇ ਇਸੇ ਕਿਤਾਬ 'ਚ ਗੱਲ ਵੀ ਲਿਖੀ ਹੈ ਕਿ ਜਦ ਪਾਕਿਸਤਾਨ ਵਿੱਚ ਉਜੜ ਕੇ ਆ ਰਹੇ ਸਿੱਖਾਂ ਨੂੰ ਵਸਾਉਣ ਬਾਰੇ ਮਾਸਟਰ ਤਾਰਾ ਸਿੰਘ ਨਹਿਰੂ ਨੂੰ ਮਿਲਿਆ, ਤਾਂ ਇਸੇ ਦੁਰਗਾ ਦਾਸ ਨੇ ਨਹਿਰੂ ਨੂੰ ਤਲਜ ਵਿੱਚ ਕਿਹਾ ਕਿ ਮਾਸਟਰ ਜੀ ਨੂੰ ਪੁੱਛ ਲਓ ਕਿ ਜੇ ਉਹ ਵੱਖਰੀ ਸਿੱਖ ਸਟੇਟ ਚਾਹੁੰਦੇ ਹਨ ਤਾਂ ਪਾਕਿਸਤਾਨ ਤੋਂ ਆ ਰਹੇ ਰਿਫਿਊਜੀ ਸਿੱਖਾਂ ਨੂੰ ਉੱਥੇ ਉਸੇ ਹਿਸਾਬ ਨਾਲ ਵਸਾਇਆ ਜਾਵੇ। ਮਤਲਬ ਕਿੱਡਾ ਮਜ਼ਾਕ ਸਿੱਖਾਂ ਦਾ ਉਡਾਉਂਦਾ ਸੀ। ਕੌਮ ਉਜੜ ਚੁੱਕੀ ਹੈ, ਖੂਨ ਦੀਆਂ ਦਰਿਆ ਵਗ ਰਹੇ ਹਨ, ਘਰ ਘਟ ਹੈ ਕੋਈ ਨਹੀਂ, ਖਾਣ ਲਈ ਰੋਟੀ ਨਹੀਂ, ਪਾਉਣ ਲਈ ਕੱਪੜਾ ਨਹੀਂ, ਤੇ ਇਸ ਉਜੜੇ ਹੋਏ ਬਾਗਾਂ ਦੇ ਵਿੱਚ ਰਾਖੇ ਬਣ ਗਏ। ਉਜੜੇ ਬਾਗਾਂ ਦੇ ਗਾਲੜ ਪਟਵਾਰੀ ਵਾਲਾ ਜਿਹੜਾ ਗੱਲ ਹੁੰਦੀ ਹੈ, ਇਹ ਉਹ ਮਾਲਕ ਜਿਹੜੇ ਆਪਣੇ ਆਪ ਨੂੰ ਦੇਸ਼ ਦੇ ਰਾਜੇ ਬਣ ਕੇ ਬੈਠ ਗਏ। ਤਾਂ ਸਭ ਤੋਂ ਪਹਿਲਾ ਤੋਹਫਾ ਜਿਹੜਾ ਮਿਲਦਾ ਹੈ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ 10 ਅਕਤੂਬਰ 1947 ਨੂੰ
15 ਅਗਸਤ 1947 ਨੂੰ ਭਾਰਤ ਆਜ਼ਾਦ ਹੁੰਦਾ ਹੈ ਤੇ 2 ਮਹੀਨਿਆਂ ਬਾਅਦ 10 ਅਕਤੂਬਰ 1947 ਨੂੰ ਇੱਕ ਸਰਕੂਲਰ ਜਾਰੀ ਕੀਤਾ। Sikhs as a community are a lawful people and are menaced to the law abiding Hindus in the province. Deputy Commissioner should take special measure against them. ਉਹਨਾਂ ਦਾ ਜਿਹੜਾ ਬਿਆਨ ਜਾਰੀ ਹੋਇਆ। ਸਿੱਖ ਇੱਕ ਜ਼ਰਾਇਮ ਪੇਸ਼ਾ ਕੌਮ ਹਨ। ਜ਼ਰਾਇਮ ਪੇਸ਼ਾ ਕੌਮ ਦਾ ਮਤਲਬ ਜਿਹੜੇ ਕਾਨੂੰਨ ਨੂੰ ਨਹੀਂ ਮੰਨਦੇ ਤੇ ਸੂਬੇ ਦੇ ਇਨਸਾਫ ਪਸੰਦ ਹਿੰਦੂਆਂ ਵਾਸਤੇ ਖਤਰਾ ਹਨ। ਡਿਪਟੀ ਕਮਿਸ਼ਨਰਾਂ ਨੂੰ ਇਹਨਾਂ ਦੇ ਖਿਲਾਫ ਖਾਸ ਕਦਮ ਚੁੱਕਣੇ ਚਾਹੀਦੇ ਹਨ। ਸ਼ਾਇਦ ਇਹ ਪੱਤਰ ਵੀ ਬਾਹਰ ਨਾ ਆਉਂਦਾ। ਉਸ ਵੇਲੇ ਸਰਦਾਰ ਕਪੂਰ ਸਿੰਘ ਜੀ ਜੋ ਹੁਸ਼ਿਆਰਪੁਰ ਦੇ ਵਿੱਚ ਡਿਪਟੀ ਕਮਿਸ਼ਨਰ ਸਨ, ਇਹ ਪੱਤਰ ਜਦੋਂ ਉਹਨਾਂ ਨੂੰ ਵੀ ਮਿਲਿਆ, ਉਹ ਪੱਤਰ ਪਰ ਜਿਹੜਾ ਸੀ ਲੀਕ ਹੋ ਗਿਆ। ਹਾਲਾਂਕਿ ਉਹਨਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਗਏ। ਸ਼ਰਮ ਵਾਲੀ ਗੱਲ ਤਾਂ ਇਹ ਆ ਕਿ ਸਰਕੂਲਰ ਦੇ ਜਾਰੀ ਕਰਨ ਦੇ ਇਸ ਵੇਲੇ ਪੰਜਾਬ ਦਾ ਹੋਮ ਮਿਨਿਸਟਰ ਉਸੇ ਸਵਰਨ ਸਿੰਘ ਸੀ। ਇਹੋ ਜਿਹੇ ਸਰਕੂਲਰ ਜਿਹੜੇ ਨੇ ਹੋਮ ਮਿਨਿਸਟਰ ਦੀ ਮਰਜ਼ੀ ਤੋਂ ਬਿਨਾਂ ਜਾਂ ਉਹਦੇ ਤਿਆਰੀ ਤੋਂ ਬਿਨਾਂ ਗਵਰਨਰ ਜਾਰੀ ਨਹੀਂ ਕਰ ਸਕਦਾ ਸੀ। ਸਾਡੇ ਲਈ ਸ਼ਰਮ ਦੀ ਗੱਲ ਜਿਹੜੀ ਹੈ ਉਹ ਇਹ ਹੈ। ਸਵਰਨ ਸਿੰਘ ਦਾ ਨਾਂ ਤੁਸੀਂ ਜਾਣਦੇ ਹੋ, ਭਾਰਤ ਦੇ ਸਿਆਸਤ ਵਿੱਚ ਬੜਾ ਬਾਅਦ ਵਿੱਚ ਵਿਦੇਸ਼ ਮੰਤਰੀ ਤੱਕ ਇਹ ਨਾਮ ਜਿਹੜਾ ਉਗੜ ਕੇ ਸਾਹਮਣੇ ਆਉਂਦਾ ਹੈ। ਉਹਦੀ ਗੱਲ ਜਿਹੜੀ ਹੈ ਕਰ ਰਹੇ। ਇਹ ਸਿੱਖ ਜਿਹੜੇ ਨੇ ਕ੍ਰਿਮੀਨਲ ਨੇ। ਇਹ ਜਾਰੀ ਹੋਣ ਤੋਂ ਬਾਅਦ ਸਾਡੇ ਇਹ ਸਰਕੂਲਰ ਜਾਰੀ ਕੀਤਾ ਗਿਆ ਵੇਦੀ ਵੱਲੋਂ, ਗਵਰਨਰ ਸੀ ਪੰਜਾਬ ਦਾ। ਸਿੱਖ ਆਗੂ ਉਸ ਵੇਲੇ ਵੀ ਤਾਂ ਸੋਚ ਸਕੇ ਕਿ ਭਾਰਤ ਵੀ ਡੈਮੋਕ੍ਰੇਸੀ ਦੇ ਨਾਅਰੇ ਹੇਠ ਘੱਟ ਗਿਣਤੀਆਂ ਨੂੰ ਦੱਬ ਕੇ ਜਾਂ ਅਖੌਤੀ ਸੈਕੂਲਰਿਜ਼ਮ ਦੇ ਨਾਂ ਹੇਠ ਘੱਟ ਗਿਣਤੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਸ਼ੁਰੂ ਹੋ ਗਈ ਹੈ। ਇਹ ਗੱਲ ਅਸੀਂ ਉਦੋਂ ਸ਼ਾਇਦ ਨਾ ਸਮਝ ਸਕੇ। ਬਹੁ ਗਿਣਤੀ ਦੀ ਬੋਲੀ, ਧਰਮ ਅਤੇ ਨੈਸ਼ਨੈਲਿਟੀ ਦੇ ਅਸਰ ਹੇਠ ਸਿੱਖ ਕੌਮ ਇੱਕ ਤਰੀਕੇ ਨਾਲ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਸੀ ਉਹ ਸ਼ੁਰੂ ਕੀਤੀ ਜਾ ਰਹੀ ਸੀ। ਇਹ ਜਰਾਇਮ ਪੇਸ਼ਾ ਕੌਮ ਦੀ ਜਿਹੜੀ ਗੱਲ ਬਾਰ-ਬਾਰ ਉਹਨਾਂ ਨੇ ਉਸ ਵੇਲੇ ਕੀਤੀ, ਉਹਦੇ ਚ ਵੀ ਗੱਲ ਸਾਬਤ ਹੁੰਦੀ ਹੈ ਵੀ ਸਿੱਖਾਂ ਨੂੰ ਦੇਣਾ ਤਾਂ ਕੁਛ ਕੀ ਸੀ। ਜਿਹੜੇ ਕੀਤੇ ਹੋਏ ਵਾਅਦੇ ਸਨ ਉਹ ਤਾਂ ਖਤਮ ਹੋ ਗਏ, ਸਗੋਂ ਅਸੀਂ ਕ੍ਰਿਮੀਨਲ ਕੌਮ ਦੇ ਤੌਰ ਦੇ ਉੱਤੇ ਪ੍ਰਗਟ ਹੋ ਗਏ। ਸ਼੍ਰੋਮਣੀ ਅਕਾਲੀ ਦਲ ਉਸ ਵੇਲੇ ਸਿੱਖਾਂ ਦੀ ਇੱਕੋ ਇੱਕ ਜਮਾਤ ਸੀ, ਇੱਕੋ ਇੱਕ ਜਥੇਬੰਦੀ ਸੀ। ਗਿਆਨੀ ਕਰਤਾਰ ਸਿੰਘ ਜੀ ਅਕਾਲੀ ਦਲ ਦੇ ਪ੍ਰਧਾਨ ਸਨ। ਸਵਰਨ ਸਿੰਘ, ਉਜਲ ਸਿੰਘ, ਉਦਮ ਸਿੰਘ ਨਾਗੋਕੇ, ਈਸ਼ਰ ਸਿੰਘ ਬੁਝੈਲ, ਫੇਰੂਮਾਨ ਤੇ ਹੋਰ ਕੁਝ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਅਹੁਦਿਆਂ ਦੀ ਇੰਤਜ਼ਾਰ ਕਰ ਰਹੇ ਸਨ ਤੇ ਕੁਝ ਹਾਸਲ ਕਰ ਚੁੱਕੇ ਸਨ ਤੇ ਕੁਝ ਅਹੁਦੇ ਮੰਗ ਰਹੇ ਸਨ। ਗੱਲ ਕੌਮ ਦੀ ਨਹੀਂ, ਗੱਲ ਨਿੱਜ ਦੀ ਹੈ। ਇਹਨਾਂ ਦੇ ਅੰਦਰ ਸਿਰਫ ਇੰਨਾ ਸੀ ਵੀ ਸਾਨੂੰ ਕੀ ਮਿਲਦਾ ਹੈ, ਕੌਮ ਜਾਵੇ ਠੱਠੇ ਖੂਹ, ਕੌਮ ਦਾ ਕੋਈ ਮਤਲਬ ਨਹੀਂ। ਤਾਂ ਇੱਥੋਂ ਗੱਲ ਸਾਬਤ ਹੁੰਦੀ ਹੈ ਵੀ ਅੱਜ ਦੀ ਲੀਡਰਸ਼ਿਪ ਵਾਂਗੂ ਸਾਰਾ ਕੁਝ ਹਾਰ ਕੇ ਗਵਾ ਕੇ ਵੀ ਅੱਜ ਦੀ ਲੀਡਰਸ਼ਿਪ ਵੀ ਆਪਣੀ ਲੀਡਰਸ਼ਿਪ ਛੱਡਣ ਨੂੰ ਤਿਆਰ ਨਾ ਹੋਈ। ਜਿਵੇਂ ਅੱਜ ਗੁਰਸੀਆਂ ਦਾ ਮੂੰਹ ਚੰਬੜਿਆ ਹੋਇਆ ਹੈ, ਪਰਿਵਾਰ ਦਾ ਮੂੰਹ ਚੰਬੜਿਆ ਹੋਇਆ ਹੈ, ਉਸ ਵੇਲੇ ਦੇ ਜਿਹੜੇ ਆਗੂ ਜਿਹੜੇ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਚਲੇ ਗਏ ਤੇ ਕਾਂਗਰਸ ਦੇ ਕੋਲੋਂ ਜਾਂ ਤਾਂ ਕੁਝ ਉਹਦੇ ਮੰਗ ਰਹੇ ਸਨ ਤੇ ਕੁਝ ਲੈ ਚੁੱਕੇ ਸਨ, ਜਿਨ੍ਹਾਂ ਵਿੱਚ ਸਵਰਨ ਸਿੰਘ ਹੋਮ ਮਿਨਿਸਟਰ ਦੀ ਗੱਲ ਮੈਂ ਪਹਿਲਾਂ ਕਰ ਚੁੱਕਾ। ਗਿਆਨੀ ਕਰਤਾਰ ਸਿੰਘ ਜੀ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੋਂ 17 ਮਾਰਚ 1948 ਨੂੰ ਆਪਣੇ ਪੰਜਾਬ ਅਸੈਂਬਲੀ ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਮਤਾ ਪਾਸ ਕਰਵਾਇਆ। ਮਾਸਟਰ ਤਾਰਾ ਸਿੰਘ ਤੇ ਹੋਰ ਆਗੂ ਇਸ ਵਾਸਤੇ ਰਾਜੀ ਨਹੀਂ ਸਨ, ਪਰ ਉਹਨਾਂ ਨੇ ਫੁੱਟ ਤੋਂ ਡਰਦਿਆਂ ਹੋਇਆ ਵੀ ਆਪਸੀ ਫੁੱਟ ਨਾ ਪੈ ਜਾਏ, ਚੁੱਪ ਹੀ ਵੱਟੀ ਰੱਖੀ। ਚੁੱਪ ਵੱਟਣੀ ਚੰਗੀ ਸਮਝੀ, ਕੋਈ ਕਾਰਵਾਈ ਨਾ ਕੀਤੀ। ਇਸ ਮੀਟਿੰਗ ਦੇ ਵਿੱਚ ਸਰਦਾਰ ਬਲਦੇਵ ਸਿੰਘ, ਈਸ਼ਰ ਸਿੰਘ ਬੁਝੈਲ, ਉਦਮ ਸਿੰਘ ਨਾਗੋਕੇ, ਬਾਬਾ ਬਚਿੱਤਰ ਸਿੰਘ ਜਿਹੜੇ ਸਾਰੇ ਹਾਜ਼ਰ ਸਨ। ਹਾਲਾਂਕਿ ਇਹਨਾਂ ਦਿਨਾਂ ਵਿੱਚ ਗਿਆਨੀ ਕਰਤਾਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਵੀ ਕਿਹਾ ਸੀ ਕਿ ਅਕਾਲੀ ਦਲ ਵੱਖਰੀ ਹੋਣ ਦੀ ਰੱਖਿਆ ਦਾ ਯਕੀਨ ਦਿਵਾਵੇ।
ਗੱਲਾਂ ਹੋਰ ਤੇ ਅੰਦਰੋਂ ਹੋਰ। ਅਕਾਲੀ ਦਲ ਨੇ ਆਪਣੇ ਜਿਹੜੇ MLA ਸਨ ਉਹਨਾਂ ਨੂੰ ਕਾਂਗਰਸ ਭੇਜ ਦਿੱਤਾ, ਪਰ ਬਹੁ ਗਿਣਤੀ ਦੀ ਸੋਚ ਅਜੇ ਵੀ ਉਸੇ ਤਰ੍ਹਾਂ ਹੀ ਸੀ। ਇਹਦਾ ਪਤਾ ਗੁਰਬਚਨ ਸਿੰਘ ਬਾਜਵਾ ਤੇ ਜਗਜੀਤ ਸਿੰਘ ਮਾਨ MLA ਦੀਆਂ ਅਸੈਂਬਲੀ ਤਕਰੀਰਾਂ, ਉਦਮ ਸਿੰਘ ਨਾਗੋਕੇ ਦੇ ਬਿਆਨਾਂ ਤੋਂ ਲੱਗਦਾ ਹੈ। ਉਦਮ ਸਿੰਘ ਨਾਗੋਕੇ ਨੇ ਇੱਕ ਬਿਆਨ ਵਿੱਚ ਕਾਂਗਰਸ ਤੇ ਇਲਜ਼ਾਮ ਲਾਉਂਦਿਆਂ ਗੱਲ ਕਹੀ ਸੀ ਕਿ ਪੰਜਾਬ ਵਿੱਚ 72 ਤੋਂ 96% ਤੱਕ ਗਜ਼ਟਡ ਅਫਸਰ ਨੌਨ ਸਿੱਖ ਹਨ ਤੇ ਉਹ ਸਿੱਖਾਂ ਨਾਲ ਆਮ ਕਰਕੇ ਸਿੱਖ ਮੁਲਾਜ਼ਮਾਂ ਨਾਲ ਖਾਸ ਕਰਕੇ ਬੇਹੱਦ ਵਿਤਕਰਾ ਕਰਦੇ ਹਨ। ਉਦਮ ਸਿੰਘ ਨਾਗੋਕੇ ਨੇ ਇਸ ਹਾਲਤ ਨੂੰ ਪੈਦਾ ਕਰਨ ਵਿੱਚ ਵਧੇਰੇ ਹੱਥ ਪ੍ਰੈਸ ਦਾ ਸੀ, ਜਿਸ ਨੇ ਤਾਂ ਇੱਕ ਵਾਰ ਇੱਥੋਂ ਤੱਕ ਵੀ ਲਿਖ ਦਿੱਤਾ ਕਿ ਸਿੱਖ ਧਰਮ ਦੀ ਨੀਂਹ ਗੁਰੂ ਗੋਬਿੰਦ ਸਿੰਘ ਜੀ ਨੇ ਮੁਸਲਮਾਨਾਂ ਨਾਲ ਲੜਨ ਵਾਸਤੇ ਰੱਖੀ ਸੀ। ਹੁਣ ਮੁਸਲਮਾਨ ਇੱਥੋਂ ਜਾ ਚੁੱਕੇ ਹਨ ਅਤੇ ਸਿੱਖਾਂ ਦੀ ਇਸ ਕਰਕੇ ਹੁਣ ਕੋਈ ਲੋੜ ਨਹੀਂ ਹੈ। ਪ੍ਰੈਸ ਵਿੱਚ ਇਹ ਵੀ ਬਿਆਨ ਜਿਹੜੇ ਸੀ ਲਿਖ ਦਿੱਤੇ ਵੀ ਸਿੱਖਾਂ ਨੂੰ ਤਾਂ ਗੁਰੂ ਗੋਬਿੰਦ ਸਿੰਘ ਨੇ ਮੁਸਲਮਾਨਾਂ ਨਾਲ ਲੜਨ ਲਈ ਪੈਦਾ ਕੀਤਾ ਸੀ, ਖਾਲਸਾ ਤਾਂ ਸਾਜਿਆ ਸੀ, ਮੁਸਲਮਾਨ ਚਲੇ ਗਏ ਹੈ, ਹੁਣ ਸਿੱਖਾਂ ਦੀ ਲੋੜ ਨਹੀਂ। ਇਹਨਾਂ ਦਿਨਾਂ ਦੇ ਵਿੱਚ ਇੱਕ ਆਲ ਪਾਰਟੀ ਕਾਨਫਰੰਸ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਇੱਕ ਮੰਗ ਕੀਤੀ ਗਈ ਕਿ ਸਿੱਖਾਂ ਨਾਲ ਸਿਵਲ ਮਹਿਕਮਿਆਂ ਤੇ ਮਿਲਟਰੀ ਵਿੱਚ ਸਿੱਖਾਂ ਨਾਲ ਨੌਕਰੀਆਂ ਤਰੱਕੀਆਂ ਵਿੱਚ ਹੋ ਰਹੇ ਵਿਤਕਰਿਆਂ ਦੀ ਪੜਤਾਲ ਲਈ ਇੱਕ ਕਮਿਸ਼ਨ ਜਿਹੜਾ ਹੈ ਉਹ ਬਣਨਾ ਚਾਹੀਦਾ ਹੈ। ਇਹ ਸਰਦਾਰ ਅਜੀਤ ਸਿੰਘ ਸਰਹੱਦੀ ਦੀ ਜਿਹੜੀ ਕਿਤਾਬ ਪੰਜਾਬੀ ਸੂਬਾ, ਉਹਦਾ ਪੇਜ ਨੰਬਰ 228 ਦੇ ਉੱਤੇ ਸਾਰੀ ਵਾਰਦਾਤ ਦਰਜ ਕੀਤੀ ਹੈ ਉਹਨਾਂ ਨੇ। ਅਜੀਤ ਸਿੰਘ ਸਰਹੱਦੀ ਦੀ ਕਿਤਾਬ ਹੈ ਪੰਜਾਬੀ ਸੂਬਾ, ਉਹਨਾਂ ਦੇ ਪੇਜ ਨੰਬਰ 228 ਦੇ ਉੱਤੇ ਇਹ ਪ੍ਰਿੰਸੀਪਲ ਤੇਜਾ ਸਿੰਘ ਦੀ ਜਿਹੜੀ ਮੀਟਿੰਗ ਹੋਈ ਹੈ ਉਹਨਾਂ ਦਾ ਸਾਰਾ ਇਹ ਦਰਜ ਉਹਦੇ 'ਚ ਕੀਤਾ ਗਿਆ ਹੈ। ਕੋਈ ਜ਼ਿਆਦਾ ਵਿਸਥਾਰ ਦੇ ਨਾਲ ਮੈਂ ਇੱਥੇ ਹੋਰ ਵਿਆਖਿਆ ਨਹੀਂ ਕਰ ਸਕਦਾ, ਕੇਵਲ ਟੂਕ ਮਾਤਰ ਗੱਲਾਂ ਹੀ ਆਪ ਜੀ ਨਾਲ ਸਾਂਝੀਆਂ ਕਰਨ ਕੀ ਕੁਝ ਹੋਇਆ। ਇਹ ਹਾਲਾਤ ਇਹੋ ਜਿਹੇ ਸੀ ਵੀ ਅਕਾਲੀ MLA ਨੇ ਗਿਆਨੀ ਕਰਤਾਰ ਸਿੰਘ ਦੀ ਸਰਪ੍ਰਸਤੀ ਹੇਠ ਕਾਂਗਰਸ ਦੇ ਫਾਰਮ ਭਰ ਦਿੱਤੇ। ਹੁਣ ਅਕਾਲੀ MLA ਪੰਥ ਦੀ ਗੱਲ ਕਰਨ ਜੋਗੇ ਵੀ ਨਾ ਰਹੇ, ਕਿਉਂਕਿ ਉਹਨਾਂ ਨੂੰ ਕਾਂਗਰਸ ਦੇ ਜ਼ਾਬਤੇ ਹੇਠ ਰਹਿਣਾ ਪੈਣਾ ਸੀ। ਉੱਥੋਂ ਦਾ ਕਾਂਗਰਸ ਦੀ ਗੱਲ ਮੰਨਣੀ ਪੈਣੀ ਸੀ ਜਾਂ ਪਾਰਟੀ ਛੱਡਣੀ ਪੈਣੀ ਸੀ, ਦੋ ਹੀ ਗੱਲਾਂ ਸਨ। ਜੇ ਅੰਦਰ ਮਾੜੀ ਜੀ ਵੀ ਸਿੱਖੀ ਦੀ ਚਿਹਨ ਹੁੰਦੀ ਤਾਂ ਪਾਰਟੀ ਛੱਡ ਜਾਂਦੇ। 1 ਜੂਨ 1948 ਨੂੰ ਗੋਪੀ ਚੰਦ ਭਾਰਗੋ ਸਰਕਾਰ ਨੇ ਪੰਜਾਬੀ ਤੇ ਹਿੰਦੀ ਨੂੰ ਸਿੱਖਿਆ ਦਾ ਮੀਡੀਅਮ ਬਣਾਤਾ, ਮਾਧਿਅਮ ਬਣਾ ਦਿੱਤਾ। ਭਾਸ਼ਾ ਪ੍ਰੈਸ ਨੇ ਤਾਂ ਇਹਦੀ ਬੜੀ ਵਿਰੋਧਤਾ ਕੀਤੀ, ਕਿਉਂਕਿ ਪੰਜਾਬੀ ਜਾਂ ਗੁਰਮੁਖੀ ਦਾ ਨਾਂ ਸੁਣ ਕੇ ਤਾਂ ਉਹਨਾਂ ਦੇ ਅੰਦਰ ਅੱਗ ਲੱਗ ਜਾਂਦੀ ਹੈ। ਰਹਿੰਦੇ ਪੰਜਾਬ ਵਿੱਚ ਹਨ, ਖਾਂਦੇ ਪੰਜਾਬ ਦਾ ਹਨ, ਭਾਸ਼ਾ ਜਦੋਂ ਲਿਖਾਉਣੀ ਹੋਏਗੀ ਤਾਂ ਹਿੰਦੀ ਲਿਖਾਈ ਜਾਂਦੀ ਹੈ। ਅੱਜ ਵੀ ਉਹੀ ਹਾਲ ਹੈ। 24 ਫਰਵਰੀ 1948 ਨੂੰ ਘੱਟ ਗਿਣਤੀਆਂ ਦੀ ਕਮੇਟੀ ਅਤੇ ਬੁਨਿਆਦੀ ਹੱਕਾਂ ਦੀ ਕਮੇਟੀ ਦੀ ਇੱਕ ਸਬ ਕਮੇਟੀ ਬਣਾਈ ਗਈ। ਇਹਦੇ ਵਿੱਚ ਨਹਿਰੂ, ਪਟੇਲ, ਅੰਬੇਦਕਰ, ਡਾਕਟਰ ਜਿੰਦਰ ਪ੍ਰਸਾਦ, KM ਮੁੰਸ਼ੀ ਇਹ ਮੈਂਬਰਾਂ ਦੇ ਕਮੇਟੀ ਦੇ ਬਣੇ ਤੇ 23 ਨਵੰਬਰ 1948 ਦੇ ਦਿਨ ਸਿੱਖਾਂ ਨੂੰ ਕੋਈ ਵੀ ਸਪੈਸ਼ਲ ਮਾਈਨੋਰਿਟੀ ਰਾਈਟਸ ਦੇਣ ਦੀ ਹਮਾਇਤ ਨਾ ਕੀਤੀ। ਵੀ ਸਿੱਖਾਂ ਨੂੰ ਇਸ ਕਮੇਟੀ ਨੇ ਵੀ ਕੋਈ ਮਾਈਨੋਰਿਟੀਜ਼ ਦੇ ਵਿੱਚ ਰਾਈਟਸ ਜਿਹੜੇ ਹੁੰਦੇ ਨੇ ਉਹਦੀ ਹਮਾਇਤ ਨਾ ਕੀਤੀ। ਜਾਂ ਇੱਕ ਦੂਜੇ ਲਫ਼ਜ਼ਾਂ ਕਹਿ ਲਈਏ ਕਿ ਇਸ ਕਮੇਟੀ ਨੇ ਸਿੱਖਾਂ ਨੂੰ ਮਾਈਨੋਰਿਟੀਜ਼ ਦੇ ਸਪੈਸ਼ਲ ਮਾਈਨੋਰਿਟੀ ਰਾਈਟਸ ਨਾ ਦੇਣ ਦੀ ਹਮਾਇਤ ਕੀਤੀ। ਦੂਜੇ ਪਾਸੇ ਆਪਾਂ ਇਹ ਗੱਲ ਕਹਿ ਲਈਏ ਵੀ ਇਹਨਾਂ ਨੂੰ ਮਾਈਨੋਰਿਟੀਜ਼ ਦੇ ਰਾਈਟ ਜਿਹੜੇ ਹਨ ਉਹ ਨਹੀਂ ਦੇ ਦਿੱਤੇ। ਦਿਨ ਬੜੇ ਔਖੇ ਹੋ ਸਨ। ਸਿੱਖ ਆਗੂ ਵਜ਼ੀਰੀਆਂ, ਅਹੁਦਿਆਂ, ਤਾਕਤ ਦੇ ਲਾਲਚ ਵਿੱਚ ਅਕਾਲੀ ਦਲ ਪੰਥਕ ਨਿਸ਼ਾਨੇ ਛੱਡ ਕੇ ਕਾਂਗਰਸ ਦੀ ਝੋਲੀ 'ਚ ਜਾ ਡਿੱਗੇ। ਸਿਰਫ ਭਾਗ ਸਿੰਘ ਗੁਰਦਾਸਪੁਰੀ, ਉਸਤਾਦ ਸਰੂਪ ਸਿੰਘ, ਅਮਰ ਸਿੰਘ ਅੰਬਾਲਵੀ, ਪ੍ਰੀਤਮ ਸਿੰਘ ਗੋਜਰਾ ਤੇ ਮਾਸਟਰ ਤਾਰਾ ਸਿੰਘ ਦੀ ਇਹ ਗਰੁੱਪ ਇੱਕ ਜਿਹੜਾ ਸੀ ਬਚਿਆ ਰਿਹਾ। ਇਹ ਹਰਚੰਦ ਸਿੰਘ ਬਾਜਵਾ ਦੀ ਕਿਤਾਬ ਹੈ 50 years of ਪੰਜਾਬ ਪੋਲਿਟਿਕਸ, ਉਹਦੇ ਪੇਜ ਨੰਬਰ 83 ਦੇ ਉੱਤੇ ਇਹ ਸਾਰੀ ਵਾਰਤਾ ਜਿਹੜੀ ਹੈ ਲਿਖੀ ਹੋਈ ਹੈ। 50 years of ਪੰਜਾਬ ਪੋਲਿਟਿਕਸ 1997 ਦੇ ਕਰੀਬ ਕਿਤਾਬ ਲਿਖੀ ਗਈ, ਉਹਦੇ ਪੇਜ ਨੰਬਰ 83 ਦੇ ਉੱਤੇ ਇਹ ਗੱਲ ਉਹਨਾਂ ਨੇ ਅੰਕਿਤ ਕੀਤੀ ਹੈ। ਅਕਾਲੀ ਦਲ ਵੀ ਬੜਾ ਹੈਰਾਨੀ ਦੀ ਗੱਲ ਹੈ ਵੀ ਉਹਦਾ ਰੋਲ ਬੜਾ ਹੈਰਾਨ ਜਿਹਾ ਕਰਨ ਵਾਲਾ ਸੀ,
24 1948 ਨੂੰ ਮਾਸਟਰ ਤਾਰਾ ਸਿੰਘ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਪ੍ਰਧਾਨਗੀ ਲੈ ਕੇ ਔਰ ਸਿੱਖਾਂ ਨੂੰ ਇੱਕ ਪਾਸੇ ਅਸੀਂ ਜਾਂ ਨਿਆਰੇਪਨ ਦੀ ਗੱਲ ਕਰਦੇ ਹਾਂ, ਦੂਜੇ ਪਾਸੇ ਉਹਨਾਂ ਨੇ ਹਿੰਦੂ ਧਰਮ ਦੇ ਰੱਖਿਆ ਕਹਿ ਕੇ ਗੱਲ ਕੀਤੀ। ਅਕਾਲੀ ਦਲ ਨੇ 25 ਅਕਤੂਬਰ 1948 ਨੂੰ ਇੱਕ ਖਰੜੇ ਦੇ ਉੱਤੇ ਬਹਿਸ ਕਰਦਿਆਂ ਵੱਖਰੀ ਚੋਣ ਪ੍ਰਣਾਲੀ ਦਾ ਵਿਰੋਧ ਕੀਤਾ। ਪ੍ਰਣਾਲੀ 10 ਸਾਲ ਵਾਸਤੇ ਵੱਖਰੀ ਚੋਣ ਪ੍ਰਣਾਲੀ ਦੀ ਹਮਾਇਤ ਵੀ ਕਰ ਦਿੱਤੀ। ਦੋ ਪਾਸੇ ਪੈਰ ਰੱਖੇ ਜਿਹੜੇ ਸਨ ਉਹ ਸਾਡੇ ਅਜੇ ਵੀ ਚੱਲਦੇ ਰਹੇ। ਘੱਟ ਗਿਣਤੀਆਂ ਦੇ ਕਾਫੀ ਚਰਚੇ ਹੁੰਦੇ ਰਹੇ। ਇਹਨਾਂ 'ਚੋਂ ਇੱਕ ਗੱਲ ਅਹਿਮ ਹੋਈ ਕਿ ਪੰਜਾਬ ਅਸੈਂਬਲੀ ਦੇ 33 ਵਿੱਚੋਂ 32 ਸਿੱਖ ਮੈਂਬਰਾਂ ਨੇ ਸਿਰਫ ਪ੍ਰਤਾਪ ਸਿੰਘ ਕੈਰੋਂ ਨੂੰ ਛੱਡ ਕੇ 15 ਨਵੰਬਰ 1948 ਨੂੰ ਇੱਕ ਲੈਟਰ ਤੇ ਦਸਤਖਤ ਕੀਤੇ ਤੇ ਸਿੱਖਾਂ ਦੀਆਂ 13 ਮੰਗਾਂ ਦਾ ਇੱਕ ਚਾਰਟਰ ਅਸੈਂਬਲੀ ਕੰਸਟੀਟਿਊਸ਼ਨਲ ਅਸੈਂਬਲੀ ਨੂੰ ਪੇਸ਼ ਕਰ ਦਿੱਤਾ। ਤੇ ਅਹਿਮ ਗੱਲ ਜਿਹੜੀ ਉਹ ਚੰਗੀ ਗੱਲ ਜਿਹੜੀ ਦੇਖਣ ਨੂੰ ਮਿਲਦੀ ਹੈ। ਕੁਝ ਜਿਹੜੀਆਂ ਮੰਗਾਂ ਸਨ ਉਹਦੇ 'ਚ ਕਿ ਸਟੇਟ ਦੀ ਸੂਬੇ ਦੀ ਵਜ਼ਾਰਤ ਵਿੱਚ ਸਿੱਖਾਂ ਦਾ 50% ਹਿੱਸਾ ਹੋਵੇ, ਸੈਂਟਰ ਵਿੱਚ ਸਿੱਖਾਂ ਦਾ 5% ਹਿੱਸਾ ਹੋਵੇ, 1941 ਦੀ ਆਬਾਦੀ ਦੇ ਆਧਾਰ ਤੇ ਨੁਮਾਇੰਦਗੀ ਮਿਲੇ, ਸੈਂਟਰ ਵਿੱਚ ਇੱਕ ਪੂਰਾ ਮਤਲਬ ਇੱਕ ਮਿਨਿਸਟਰ ਜਿਹਨੂੰ ਪੂਰੇ ਦਰਜੇ ਦਾ ਅਸੀਂ ਕਹਿੰਦੇ ਆ, ਇੱਕ ਸਟੇਟ ਮਿਨਿਸਟਰ, ਇੱਕ ਕੈਬਨਿਟ ਮਿਨਿਸਟਰ ਤੇ ਇੱਕ ਸਟੇਟ ਮਿਨਿਸਟਰ ਸਿੱਖ ਹੋਵੇ, ਪੰਜਾਬ ਦੇ ਗਵਰਨਰ ਤੇ ਮੁੱਖ ਮੰਤਰੀ ਚੋਂ ਇੱਕ ਜ਼ਰੂਰ ਸਿੱਖ ਹੋਵੇ, ਗੜਗਾਉਂ ਤੇ ਲੋਹਾਰੂ ਪੰਜਾਬ ਦੇ ਵਿੱਚੋਂ ਕੱਢ ਦਿੱਤੇ ਜਾਣ ਕਿਉਂਕਿ ਇਹ ਇਲਾਕੇ ਪੰਜਾਬੀ ਬੋਲਦੇ ਨਹੀਂ ਹਨ, ਸੂਬੇ ਦੀਆਂ ਨੌਕਰੀਆਂ ਵਿੱਚ ਸਿੱਖਾਂ ਦਾ 40% ਹਿੱਸਾ ਰਿਜ਼ਰਵ ਹੋਵੇ, ਸਟੇਟ ਤੇ ਜਿਹੜੀਆਂ ਨੌਕਰੀਆਂ ਹਨ। ਜੇਕਰ ਮੰਗਾਂ ਨਾ ਮੰਨੀਆਂ ਜਾਣ ਤਾਂ ਸਿੱਖਾਂ ਨੂੰ ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਲੁਧਿਆਣਾ, ਫਿਰੋਜ਼ਪੁਰ ਤੇ ਅੰਬਾਲਾ ਜ਼ਿਲ੍ਹਿਆਂ ਦਾ ਇੱਕ ਨਵਾਂ ਸਟੇਟ ਦੇ ਦਿੱਤਾ, ਨਵਾਂ ਸੂਬਾ ਬਣਾ ਦਿੱਤਾ ਜਾਏ। ਇਸ ਤਰ੍ਹਾਂ ਸਿੱਖਾਂ ਨੂੰ ਇੱਕ ਇਹ ਸੂਬਾ ਤੇ ਦੂਜਾ ਪੈਪਸੂ ਜਿਹੜਾ ਪਹਿਲਾਂ ਹੀ ਚੱਲਦਾ ਸੀ, ਜਿਸ ਵਿੱਚ 53% ਸਿੱਖ ਪਹਿਲਾਂ ਵੱਸਦੇ ਸਨ, ਦੋ ਮਿਲ ਸਕਦੇ ਸਨ। ਉਹਨਾਂ ਦਾ ਨਿਸ਼ਾਨਾ ਇਹ ਸੀ ਵੀ ਇੱਕ ਸਟੇਟ ਵੱਖਰਾ ਮਿਲ ਜਾਏ, ਇੱਕ ਪੈਪਸੂ ਸਟੇਟ ਹੈ, ਦੋ ਸਟੇਟ ਸਿੱਖਾਂ ਦੇ ਹੋ ਜਾਣਗੇ। ਘੱਟ ਗਿਣਤੀ ਕਮੇਟੀ ਜਿਹੜੀ ਬਣੀ ਸੀ ਉਹਨੇ ਇਹਨਾਂ ਮੰਗਾਂ ਤੇ ਵਿਚਾਰ ਕੀਤੀ ਪਰ ਕੋਈ ਰਿਜ਼ਲਟ ਨਹੀਂ। ਉਹਨੇ ਇੱਕ 10 ਮੈਂਬਰੀ ਕਮੇਟੀ ਹੋਰ ਬਣਾ ਦਿੱਤੀ ਵੀ ਇਹਦਾ ਹੱਲ ਲੱਭੋ। ਇਸ ਕਮੇਟੀ 'ਚ ਭੀਮ ਸੈਨ ਸੱਚਰ, ਚੌਧਰੀ ਲਹਿਰੀ ਸਿੰਘ, BL ਚਾਨਣ, ਸੂਰਜਮਲ, ਛੰਨੂ ਦੇਵੀ ਤੇ 5 ਸਿੱਖ ਜਿਹੜੇ ਘੋੜੇ ਸਿੱਖ ਸਨ, ਸਵਰਨ ਸਿੰਘ, ਗਿਆਨੀ ਕਰਤਾਰ ਸਿੰਘ, ਉਜਲ ਸਿੰਘ, ਈਸ਼ਰ ਸਿੰਘ ਮਝੈਲ ਤੇ ਬਾਬੂ ਬਚਨ ਸਿੰਘ, ਇਹਨਾਂ ਨੂੰ ਸ਼ਾਮਿਲ ਕੀਤਾ। ਹੁਣ ਸਬ ਕਮੇਟੀ ਦਾ ਫਾਇਦਾ ਕੀ ਹੋਣਾ ਸੀ? ਇੱਕ ਪਾਸੇ ਪ੍ਰੈਸ, ਸੈਨੇਟ ਟ੍ਰਿਬਿਊਨ ਦੇ 26 ਅਕਤੂਬਰ 1948 ਦੀ ਐਡੀਟੋਰੀਅਲ ਪੜ੍ਹ ਕੇ ਦੇਖ ਲਈਏ, ਸਾਰੀ ਗੱਲ ਸਮਝ ਆ ਜਾਏਗੀ। ਦੂਜੇ ਪਾਸੇ ਬਹੁ ਗਿਣਤੀ ਦੇ ਮੈਂਬਰਾਂ ਦਾ ਧਰਮ ਨਿਰਪੇਖਤਾ ਦੇ ਨਕਾਬ ਵਿੱਚ ਲੁਕਿਆ ਹੋਇਆ ਫਿਰਕਾਪ੍ਰਸਤੀ ਢੋਂਗ ਸਿੱਖ ਧਰਮ ਨੂੰ ਖਤਮ ਕਰਨ ਦੇ ਲਈ ਅੰਦਰੋਂ ਅੰਦਰੀ ਤਿਆਰੀ ਕਰ ਰਿਹਾ ਸੀ। ਮਾਸਟਰ ਤਾਰਾ ਸਿੰਘ ਜੀ ਨੇ 15 ਨਵੰਬਰ 1948 ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੰਜਾਬ ਦਾ ਹਿੰਦੂ ਸਿੱਖ ਕੌਮ ਨੂੰ ਧਾਰਮਿਕ ਪੱਖੋਂ ਹੜੱਪ ਕਰ ਜਾਣਾ ਚਾਹੁੰਦਾ ਹੈ। ਇਹ 15 ਨਵੰਬਰ 1948 ਦੀ ਪ੍ਰੈਸ ਕਾਨਫਰੰਸ ਹੋਈ, ਜਿਹਦੇ ਚ ਮਾਸਟਰ ਤਾਰਾ ਸਿੰਘ ਜੀ ਨੇ ਖੁੱਲ੍ਹ ਕੇ ਬਿਆਨ ਦਿੱਤਾ ਜਦੋਂ ਇਹ ਹਾਲਤ ਦੇਖੀ ਕਿ ਪੰਜਾਬ ਦਾ ਹਿੰਦੂ ਸਿੱਖ ਕੌਮ ਨੂੰ ਧਾਰਮਿਕ ਪੱਖੋਂ ਹੜੱਪ ਕਰ ਜਾਣਾ ਚਾਹੁੰਦਾ। ਮਤਲਬ ਰਹੁ ਰੀਤਾਂ, ਰਵਾਇਤਾਂ, ਉਹ ਸਾਰੀਆਂ ਰਸਮਾਂ ਜਿਹੜੀਆਂ ਸਿੱਖਾਂ ਦੇ ਵਿੱਚ ਮਨ੍ਹਾ ਸਨ, ਉਹ ਜ਼ਬਰਦਸਤੀ ਠੋਸੀਆਂ ਜਾ ਰਹੀਆਂ ਸਨ। ਇਹ ਕਹਿ ਲਈਏ ਵੀ ਹਰ ਪਾਸੇ ਸਿੱਖੀ ਦੇ ਉੱਤੇ ਹਮਲੇ ਜਿਹੜੇ ਸੀ ਹੋ ਰਹੇ ਸੀ। ਇਹਨਾਂ ਵਿੱਚ ਹੀ ਜਲੰਧਰ ਦੀ ਮਿਊਨਿਸਪਲ ਕਮੇਟੀ ਫਰਵਰੀ 1949 ਉਹਦਾ 88 ਨੰਬਰ ਮਤਾ ਦਾ ਪਾਇਆ ਗਿਆ, ਐਲਾਨ ਕੀਤਾ ਗਿਆ ਉਹਦੇ 'ਚ ਕਿ ਉਹ ਆਪਣੇ ਸਕੂਲਾਂ ਵਿੱਚ ਪੰਜਾਬੀ ਦੀ ਥਾਂ ਤੇ ਹਿੰਦੀ ਵਿੱਚ ਪੜ੍ਹਾਈ ਕਰਾਉਣਗੇ। ਕਿਉਂਕਿ ਜਲੰਧਰ ਜਿਹੜਾ ਸੀ, ਇਹ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ, ਭਾਸ਼ਾ ਪ੍ਰੈਸ ਦੀ ਹੱਬ ਸੀ ਔਰ ਇੱਥੇ ਉਹਨਾਂ ਦਾ ਤੂਤੀ ਬੋਲਦੀ ਸੀ। ਉਹਨਾਂ ਨੇ ਇੱਥੋਂ ਦੀ ਮਿਊਨਿਸਪਲ ਕਮੇਟੀ ਜਿਹੜੀ ਸ਼ਹਿਰ ਦਾ ਪ੍ਰਬੰਧ ਦੇਖਦੀ ਹੈ, ਜਿਹੜੇ ਅੱਜ ਕੱਲ੍ਹ ਕਾਰਪੋਰੇਸ਼ਨ ਬਣ ਗਈ ਹੈ, ਪਹਿਲਾਂ ਮਿਊਨਿਸਪਲ ਕਮੇਟੀ ਹੁੰਦੀ ਸੀ,
फरवरी 1949 ਦੇ ਮਤਾ ਨੰਬਰ 88 ਦੇ ਰਾਹੀਂ ਇਹ ਐਲਾਨ ਕਰ ਦਿੱਤਾ ਕਿ ਆਪਣੇ ਸਕੂਲਾਂ ਵਿੱਚ ਪੰਜਾਬੀ ਦੀ ਥਾਂ ਹਿੰਦੀ 'ਚ ਪੜ੍ਹਾਈ ਕਰਾਉਣਗੇ। ਹਾਲਾਂਕਿ 98% ਲੋਕ ਪੰਜਾਬੀ ਬੋਲਦੇ ਇੱਥੇ ਵੱਸਦੇ ਸਨ। ਇਹ ਰੌਲਾ ਅੱਜ ਦਾ ਨਹੀਂ ਹੈ ਕਿ ਪੰਜਾਬ ਸਕੂਲਾਂ 'ਚ ਹਿੰਦੀ ਲਾਗੂ ਹੋ ਗਈ, ਫਲਾਣਾ ਹੋ ਗਈ। ਇਹ ਤਾਂ 1947 ਤੋਂ ਬਾਅਦ ਹੀ ਕੰਮ ਸ਼ੁਰੂ ਹੋ ਗਿਆ ਸੀ। ਇਸ ਤੋਂ ਅੱਗੇ ਫਿਰ ਦਿੱਲੀ 'ਚ ਇੱਕ ਸਿੱਖਾਂ ਦੀ ਕਾਨਫਰੰਸ ਤੇ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਦਾ ਇਤਿਹਾਸ ਅੱਗੇ ਨੂੰ ਤੁਰਦਾ ਹੈ। ਸਿੱਖਾਂ ਤੇ ਪੰਜਾਬੀ ਉੱਤੇ ਹਮਲੇ ਹੁਣ ਕਿਉਂਕਿ ਹਰ ਪਾਸੇ ਹੋ ਰਹੇ ਸਨ। ਪਹਿਲਾਂ ਲੁਕੇ ਛੁਪੇ ਢੰਗ ਨਾਲ ਹੁੰਦੇ ਸੀ, ਫਿਰ ਸਿੱਧੇ ਵੀ ਹੋਣ ਲੱਗ ਪਏ। ਹੋਰ ਤਾਂ ਹੋਰ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਜਿਹਨੇ ਉਹ ਸਰਕੂਲਰ ਜਾਰੀ ਕੀਤਾ ਸੀ ਜਰਾਇਮ ਪੇਸ਼ਾ ਕੌਮ ਵਾਲਾ, ਇਹ ਸਿੱਖਾਂ ਲਈ ਸਭ ਤੋਂ ਵੱਡਾ ਚੈਲੰਜ ਸੀ। ਇਸ ਦੇ ਸਾਹਮਣੇ ਰੱਖਦਿਆਂ ਮਾਸਟਰ ਤਾਰਾ ਸਿੰਘ ਜੀ ਨੇ ਕੌਮ ਦੇ ਮਸਲਿਆਂ ਤੇ ਵਿਚਾਰਾਂ ਕਰਨ ਲਈ 20 ਫਰਵਰੀ 1948 ਨੂੰ ਦਿੱਲੀ ਦੇ ਵਿੱਚ ਇੱਕ ਕਾਨਫਰੰਸ ਕਰਨ ਦਾ ਜਿਹੜਾ ਸੀ ਉਹ ਫੈਸਲਾ ਕੀਤਾ। ਇਸ ਕਨਵੈਨਸ਼ਨ ਦੇ ਉੱਤੇ ਫੇਲ ਬੜਾ ਔਖਾ ਹੋਇਆ। ਉਹ ਆਪਣੇ ਆਪ ਨੂੰ ਮੁਲਕ ਦਾ ਬਾਦਸ਼ਾਹ ਸਮਝਦਾ ਸੀ। ਉਹ ਹੈ ਵੀ ਸੀ, ਸ਼ੱਕ ਵੀ ਕੋਈ ਨਹੀਂ, ਇੱਥੇ ਤਾਂ ਕੋਈ ਸ਼ੱਕ ਨਹੀਂ, ਅੱਜ ਵੀ ਉਹੀ ਬਾਦਸ਼ਾਹ ਨੇ। ਉਸਨੇ ਕਾਨਫਰੰਸ ਨਾ ਕਰਨ ਦਾ ਐਲਾਨ ਕਰ ਦਿੱਤਾ ਵੀ ਇਹ ਕਾਨਫਰੰਸ ਨਹੀਂ ਹੁੰਦੀ, ਬੈਨ ਲਾ ਦਿਓ। ਉਹ ਗਿਣਤੀ ਕਦੀ ਵੀ ਘੱਟ ਗਿਣਤੀਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਵੀ ਮੌਕਾ ਨਹੀਂ ਦਿੰਦੀ। ਖਿਆਲ ਕਰਨਾ, ਬਹੁਤ ਗਿਣਤੀਆਂ ਕੌਮਾਂ ਹਮੇਸ਼ਾ ਹੀ ਘੱਟ ਗਿਣਤੀਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਖਤਮ ਕਰਨਾ ਚਾਹੁੰਦੀਆਂ ਹੀ ਨੇ। 9 ਫਰਵਰੀ ਨੂੰ ਨਹਿਰੂ ਨੂੰ ਇੱਕ ਉਹਨੇ ਲੈਟਰ ਲਿਖੀ, ਪਟੇਲ ਨੇ, ਕਿਉਂਕਿ ਹੋਮ ਮਿਨਿਸਟਰ ਸੀ, ਅਸੀਂ ਦਿੱਲੀ ਦੀ ਅਕਾਲੀ ਕਾਨਫਰੰਸ ਕਿਸੇ ਵੀ ਤਰੀਕੇ ਜਾਂ ਸ਼ਕਲ ਵਿੱਚ ਨਹੀਂ ਹੋਣ ਦਿਆਂਗੇ। ਇਹ ਇੱਕ ਬੁੱਕ ਮਿਲਦੀ ਹੈ ਲੈਟਰਸ ਆਫ ਪਟੇਲ ਟੂ ਨਹਿਰੂ, ਉਹਦੇ ਪੇਜ ਨੰਬਰ 122 ਦੇ ਉੱਤੇ ਇਹ ਲੈਟਰ ਵੀ ਦਰਜ ਹੈ। ਪਟੇਲ ਟੂ ਨਹਿਰੂ, ਇਹ ਉਹਦੇ ਚ ਦਰਜ ਹੈ। ਨਹਿਰੂ ਨੇ ਬਲਦੇਵ ਸਿੰਘ ਨੂੰ ਮਾਸਟਰ ਤਾਰਾ ਸਿੰਘ ਨੂੰ ਰੋਕਣ ਵਾਸਤੇ ਕਹਿ ਦਿੱਤਾ ਕਿ ਨਹਿਰੂ ਦੇ ਕਹਿਣ ਤੇ ਦਿੱਲੀ ਤੋਂ ਬਲਦੇਵ ਸਿੰਘ ਨੇ ਇਸ ਕਾਂਗਰਸ ਨੂੰ ਮੁਲਤਵੀ ਕਰਨ ਵਾਸਤੇ ਸੁਨੇਹਾ ਭੇਜਿਆ। ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ 10 ਫਰਵਰੀ 1949 ਨੂੰ ਸੱਦੀ ਗਈ ਤੇ ਬਲਦੇਵ ਸਿੰਘ ਦੇ ਸੁਨੇਹੇ ਉੱਤੇ ਵਿਚਾਰ ਕੀਤੀ ਗਈ, ਪਰ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਕਿ ਇਹ ਕਾਨਫਰੰਸ ਜ਼ਰੂਰ ਕੀਤੀ ਜਾਏਗੀ। ਉਸ ਸਮੇਂ ਬਣ ਰਹੇ ਵਿਧਾਨ ਤੇ ਆਪਣੀਆਂ ਮੰਗਾਂ ਵਾਸਤੇ ਵਿਖਾਵਾ ਕਰਨ ਦਾ ਇੱਕ ਸਭ ਤੋਂ ਵੱਡਾ ਢੰਗ ਅਤੇ ਬਹੁਤ ਜ਼ਰੂਰੀ ਲੋੜ ਸੀ ਉਸ ਵੇਲੇ ਇਸ ਕਾਨਫਰੰਸ ਦੀ। ਇਸ ਤੋਂ ਬਾਅਦ ਕੋਈ ਜਮਹੂਰੀ ਜਾਂ ਡੈਮੋਕ੍ਰੇਸੀ ਹੋਰ ਤਰੀਕਾ ਨਹੀਂ ਹੋ ਸਕਦਾ ਵੀ ਤੁਸੀਂ ਗੱਲ ਆਪਣੀ ਕਹਿ ਨਹੀਂ ਸਕਦੇ, ਬੋਲ ਕੇ ਦੱਸ ਨਹੀਂ ਸਕਦੇ, ਕਾਨਫਰੰਸ ਕਰ ਨਹੀਂ ਸਕਦੇ। ਤਾਂ ਪਰ ਇਸ ਮੀਟਿੰਗ ਨੂੰ ਫਿਰ ਖੁੱਲੇ ਮੈਦਾਨ ਵਿੱਚ ਸਿਆਸੀ ਕਾਨਫਰੰਸ ਦੀ ਥਾਂ ਤੇ ਗੁਰਦੁਆਰਾ ਰਕਾਬਗੰਜ ਵਿੱਚ ਸ਼ਹੀਦੀ ਦੀਵਾਨ ਕਰਨ ਦਾ ਫੈਸਲਾ ਕਰ ਲਿਆ ਵੀ ਜੇ ਉੱਥੇ ਪਾਬੰਦੀ ਹੈ ਤਾਂ ਅਸੀਂ ਗੁਰਦੁਆਰੇ 'ਚ ਕਰ ਲਾਂਗੇ। ਇਹ ਅਕਾਲੀਆਂ ਦੀ ਇੱਕ ਚੰਗੀ ਸੋਚ ਸੀ, ਪਰ ਪਟੇਲ ਆਪਣੀ ਗਲਤ ਅੜੀ ਤੇ ਉੱਤੇ ਕਾਇਮ ਸੀ। ਉਹਨੇ ਫਿਰ ਅਕਾਲੀਆਂ ਦੇ ਜਾਂ ਸਿੱਖ ਕੌਮ ਦੇ ਦੂਜੇ ਲਫ਼ਜ਼ਾਂ 'ਚ ਕਹਿ ਲਈਏ ਕਿ ਧਾਰਮਿਕ ਦੀਵਾਨ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ, ਇਹ ਦੀਵਾਨ ਵੀ ਜਿਹੜਾ ਹੈ ਨਹੀਂ ਹੋਣ ਦੇਣਾ। ਪਟੇਲ ਦੇ ਹੁਕਮਾਂ ਦੇ ਥੱਲੇ 19 ਫਰਵਰੀ ਨੂੰ ਮਾਸਟਰ ਤਾਰਾ ਸਿੰਘ ਨੂੰ ਦਿੱਲੀ ਪਹੁੰਚਦੇ ਹਨ ਨਰੇਲੇ ਸਟੇਸ਼ਨ ਤੋਂ 1818 ਦੇ ਬੰਗਾਲ ਰੈਗੂਲੇਸ਼ਨ ਐਕਟ ਦੇ ਨੰਬਰ 3 ਹੇਠ ਗ੍ਰਿਫਤਾਰ ਕਰ ਲਿਆ। ਇਸ ਐਕਟ ਵਿੱਚ ਹੀ 1907 ਵਿੱਚ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਬਾਵਜੂਦ ਪ੍ਰੋਗਰਾਮ ਮੁਤਾਬਕ 20 ਫਰਵਰੀ ਨੂੰ ਦੀਵਾਨ ਹੋਇਆ। ਲੈਕਚਰ ਦੇਣ ਵਾਲੇ ਆਗੂ ਗ੍ਰਿਫਤਾਰ ਕਰਕੇ 6 ਮਹੀਨੇ ਲਈ ਕੈਦ ਵਿੱਚ ਭੇਜ ਦਿੱਤੇ ਗਏ। ਉਹਨਾਂ ਨੂੰ 6 ਮਹੀਨੇ ਦੀਆਂ ਸਜ਼ਾਵਾਂ ਜਿਹੜੀਆਂ ਸੀ ਦੇ ਦਿੱਤੀਆਂ। ਸਭ ਤੋਂ ਘਟੀਆ ਰੋਲ ਸੀ ਉਸ ਵੇਲੇ ਬਲਦੇਵ ਸਿੰਘ ਦਾ। ਉਸਨੇ 21 ਫਰਵਰੀ ਨੂੰ ਕਾਂਗਰਸ ਦੀ ਬੜੀ ਸਪੋਰਟ ਕੀਤੀ, ਆਪਣੀ ਵਜ਼ੀਰੀ ਕਾਇਮ ਰੱਖਣ ਦੀ ਕੀਮਤ ਉਹਨੇ ਪੂਰੀ ਤਰ੍ਹਾਂ ਅਦਾ ਕੀਤੀ। ਇੱਥੋਂ ਤੱਕ ਕਿ ਉਹਨੇ ਮਾਸਟਰ ਤਾਰਾ ਸਿੰਘ ਨੂੰ ਫਿਰਕਾਪ੍ਰਸਤ ਦੀਆਂ ਹਰਕਤਾਂ ਕਰਨ ਵਾਲਾ ਲੀਡਰ ਦੱਸਿਆ ਵੀ ਫਿਰਕਾਪ੍ਰਸਤ ਲੀਡਰ ਹੈ। 23 ਫਰਵਰੀ 1949 ਨੂੰ ਇੱਕ ਹੋਰ ਬਿਆਨ ਬਲਦੇਵ ਸਿੰਘ ਨੇ ਆਪਣੇ ਮਾਲਕਾਂ ਨੂੰ ਖੁਸ਼ ਕਰਨ ਵਾਸਤੇ ਦਿੱਤਾ, ਜਿਹੜਾ ਬਿਆਨ ਫਿਰ ਟ੍ਰਿਬਿਊਨ ਦੇ ਵਿੱਚ 25 ਫਰਵਰੀ 1949 ਦੇ ਵਿੱਚ ਅਖਬਾਰ ਦੇ ਵਿੱਚ ਛਪਿਆ। ਅਕਾਲੀ ਦਲ ਨੇ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਦੇ ਵਿਰੁੱਧ ਪ੍ਰੋਟੈਸਟ ਕਰਨ ਦੇ ਲਈ 2 ਮਾਰਚ 1949 ਦਾ ਦਿਨ ਚੁਣਿਆ।
ਥਾਂ ਥਾਂ ਤੇ ਦੀਵਾਨ ਹੋਏ, ਸਿੱਖਾਂ ਨੇ ਅਰਦਾਸਾਂ ਕੀਤੀਆਂ। 4 ਮਾਰਚ 1949 ਨੂੰ ਅੰਮ੍ਰਿਤਸਰ 'ਚ ਸਿੱਖ ਸਿਆਸੀ ਕਾਰਕੁਨਾਂ ਦੀਆਂ, ਉਸਤਾਦਾਂ ਦੀਆਂ, ਵਪਾਰੀਆਂ ਦੀਆਂ, ਡਾਕਟਰਾਂ ਦੀਆਂ, ਵਕੀਲਾਂ ਦੀ ਇੱਕ ਮੀਟਿੰਗ ਸੱਦੀ ਗਈ, ਜਿਹਦੇ ਵਿੱਚ ਹੋਰ ਅਕਾਲੀ ਆਗੂਆਂ ਦੇ ਗ੍ਰਿਫਤਾਰੀ ਤੇ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਦਾ ਵਿਰੋਧ ਜਿਹੜਾ ਸੀ ਪ੍ਰਗਟ ਕੀਤਾ ਗਿਆ। ਇਸ ਕਨਵੈਨਸ਼ਨ 'ਚ ਪਹਿਲੀ ਵਾਰੀ ਪੰਜਾਬੀ ਸੂਬੇ ਦੀ ਕਾਮੀ ਦਾ ਮਤਾ ਪੇਸ਼ ਕੀਤਾ ਗਿਆ ਜਾਂ ਪਾਸ ਕੀਤਾ ਗਿਆ। ਇਹ 4 ਅਪ੍ਰੈਲ 1949 ਨੂੰ ਪਹਿਲੀ ਵਾਰੀ ਪੰਜਾਬੀ ਸੂਬੇ ਦੀ ਕਾਮੀ ਦਾ ਮਤਾ ਜਿਹੜਾ ਸੀ ਉਹ ਪਾਸ ਕੀਤਾ ਗਿਆ। ਤੇ ਉਧਰ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਸੀ ਉਹ ਭਾਰਗਵ ਨੂੰ ਹਟਾ ਕੇ ਤੇ ਭੀਮ ਸਿੰਘ ਸੱਚਰ ਨੂੰ 13 ਅਪ੍ਰੈਲ ਨੂੰ ਚੀਫ ਮਿਨਿਸਟਰ ਜਿਹੜਾ ਬਣਾ ਦਿੱਤਾ ਗਿਆ। ਹੁਣ ਇਹ ਮਾਸਟਰ ਤਾਰਾ ਸਿੰਘ ਜੀ ਦੀ ਜਿਹੜੀ ਗ੍ਰਿਫਤਾਰੀ ਹੋਈ, ਇਹ 'ਚ ਪਾਕਿਸਤਾਨ ਦੇ ਵਿੱਚ ਵੀ ਅਖਬਾਰਾਂ ਛਪੀਆਂ। ਉਹਨਾਂ ਨੇ ਲਿਖਿਆ ਕਿ ਜੇ ਅਸੀਂ ਪਾਕਿਸਤਾਨ ਨਾ ਲੈਂਦੇ ਤਾਂ ਸਾਡਾ ਹਸ਼ਰ ਵੀ ਇਹੋ ਹੀ ਹੋਣਾ ਸੀ। ਪਾਕਿਸਤਾਨ ਟਾਈਮਜ਼ ਤੇ ਸਿਵਲ ਐਂਡ ਫਰਵਰੀ 1949 ਦੇ ਵਿੱਚ ਇਹ ਖਬਰ ਉਹਨਾਂ ਨੇ ਛਾਪੀ। ਸਿੱਖਾਂ ਦੇ ਜ਼ਖਮੀ ਜਜ਼ਬਾਤ ਤੇ ਇੱਕ ਸੱਟ ਉਦੋਂ ਹੋਰ ਮਾਰੀ ਗਈ ਜਦੋਂ 9 ਜੂਨ 1949 ਦੇ ਦਿਨ ਪੰਜਾਬ ਯੂਨੀਵਰਸਿਟੀ, ਉਦੋਂ ਸੋਲਨ ਸੀ, ਹੁਣ ਚੰਡੀਗੜ੍ਹ ਹੈ, ਦੀ ਸੈਨੇਟ ਨੇ ਪੰਜਾਬੀ ਵਿੱਚ ਪੜ੍ਹਾਈ ਕਰਵਾਉਣ ਦਾ ਮਤਾ ਨਾਮਨਜ਼ੂਰ ਕਰ ਦਿੱਤਾ ਤੇ ਨਤੀਜੇ ਦੇ ਤੌਰ ਤੇ ਸਾਡੇ ਸਿੱਖ ਮੈਂਬਰ ਜਿਹੜੇ ਸੀ ਉਹ ਵਾਕਆਊਟ ਕਰ ਜਾਂਦੇ। ਇਸ ਤੋਂ ਬਾਅਦ ਇੱਕ ਸੱਚਰ ਫਾਰਮੂਲਾ ਤੇ ਹੋਰ ਇਤਿਹਾਸ ਜਿਹੜਾ ਹੈ ਉਹ ਅੱਗੇ ਨੂੰ ਤੁਰਦਾ ਹੈ। ਇਹ ਤਾਂ ਬੇਸਿਕ ਇਤਿਹਾਸ, ਇੱਕ ਘਟਨਾ ਮੈਂ ਆਪ ਜੀ ਦਾ ਜ਼ਿਕਰ ਕਰ ਰਿਹਾ ਹਾਂ, ਤਦ ਕਿ ਸਾਨੂੰ ਪੂਰੀ ਅਸਲੀਅਤ ਪਤਾ ਹੋਵੇ ਕਿ ਅਸੀਂ ਕਿਹਨਾਂ ਹਾਲਤਾਂ ਵਿੱਚੋਂ ਨਿਕਲੇ ਹਾਂ ਔਰ ਕਿਹਨਾਂ ਹਾਲਤਾਂ ਵਿੱਚ ਅਸੀਂ ਦੇਸ਼ ਦੀ ਵੰਡ ਕਰਕੇ ਰੁਲਦੇ ਹੋਏ ਆਏ, ਖੂਨ ਦੀਆਂ ਨਦੀਆਂ ਤੇ ਤਰੇ, ਤੇ ਕੀ ਕੁਝ ਸਾਡੇ ਨਾਲ ਨਹੀਂ ਵਾਪਰਿਆ, ਕਿਹਨਾਂ ਹਾਲਾਤਾਂ ਵਿੱਚ ਅਸੀਂ ਇਸ ਭਾਰਤ ਦੀ ਧਰਤੀ ਤੇ ਰਹੇ, ਕੀ ਕੁਝ ਸਾਡਾ ਉਜੜ ਗਿਆ। ਜੇ ਅਸੀਂ ਕੋਈ ਦੇਖੀਏ ਤੇ ਸਾਡਾ ਬਚਿਆ ਕੀ ਸੀ ਉਸ ਵੇਲੇ, ਜੇ ਉਹ ਡਾਟਾ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਤਾਂ ਆਪ ਹੈਰਾਨ ਹੋ ਜਾਓਗੇ ਕਿ ਉਸ ਵੇਲੇ ਦਾ ਸਿੱਖਾਂ ਦੀ ਬਹੁ ਗਿਣਤੀ ਜਿਹੜੀ ਸੀ ਤਾਂ ਆਰਥਿਕ ਤੌਰ ਤੇ ਵੀ ਮਰ ਚੁੱਕੀ ਸੀ ਤੇ ਵੈਸੇ ਵੀ ਧਾਰਮਿਕ ਪੱਖ ਤੋਂ ਵੀ ਉਹਨਾਂ ਦੀਆਂ ਕਮਜ਼ੋਰੀਆਂ ਸਾਹਮਣੇ ਆ ਗਈਆਂ, ਕਿਉਂਕਿ ਸਿੱਖਾਂ ਦੇ ਸਕੂਲ ਉਸ ਵੇਲੇ ਨਾ ਘਰ ਨਾ ਘਾਟ ਨਾ ਕੁਛ ਹੈ ਸੀ ਤੇ ਨਾ ਕੋਈ ਸੀ। ਇਹ ਸਾਰਾ ਕੁਝ ਜਿਹੜਾ ਵਾਪਰਿਆ ਇਹ ਬੜਾ ਹੀ ਉਸ ਵੇਲੇ 1947 ਦਾ ਸਾਕਾ ਇਹ ਕਹਿ ਸਕਾਂ ਇੱਕ ਤਰ੍ਹਾਂ ਦਾ ਨਾਲ ਕੌਮ ਦਾ ਦੂਜਾ ਜਨਮ ਜਿਹੜਾ ਹੈ ਉਸ ਵੇਲੇ ਹੁੰਦਾ ਹੈ। ਪਰ ਜਿਸ ਦੇਸ਼ ਦੇ ਵਿੱਚ ਆ ਕੇ ਕਦਮ ਰੱਖੇ ਉਹਨਾਂ ਦੇ ਵਿੱਚ ਹਾਲਾਤ ਹੈ ਉਹ ਆਪਾਂ ਸ਼ੁਰੂ ਕੀਤੇ ਹਨ ਕਿ ਇਹਨਾਂ ਹਾਲਾਤਾਂ ਵਿੱਚ ਸਿੱਖਾਂ ਨੂੰ ਕਿਸ ਤਰ੍ਹਾਂ ਇਹ ਕੁਰਬਾਨੀਆਂ ਦੇਣੀਆਂ ਪਈਆਂ ਜਾਂ ਕਿਸ ਤਰ੍ਹਾਂ ਉਹਨਾਂ ਦੀਆਂ ਮੁਸੀਬਤਾਂ ਸੀ ਉਹ ਚੱਲਦੀਆਂ ਰਹੀਆਂ। ਇਹ ਇਤਿਹਾਸ ਅੱਗੇ ਆਪ ਜੀ ਨਾਲ ਸਾਂਝਾ ਕਰਾਂਗਾ ਜੀ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿਤ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।